Hello, everyone. Okay, so we'll just wait everyone to the bit. Okay, so thank you everyone. ਜਿਹੜੀਆਂ ਵੀ ਪਿਛਲੀਆਂ ਵੀਡੀਓਜ਼ ਅਸੀਂ ਪਾਈਆਂ, thank you so much for watching. Please ਵੱਧ ਤੋਂ ਵੱਧ ਉਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ। ਜੇ ਉਹ ਕਿਸੇ ਦੀ ਮਦਦ ਕਰ ਸਕਦੇ ਆ ਇਸ ਵਕਤ, ਸੋ ਵੱਧ ਤੋਂ ਵੱਧ ਜੇ ਤੁਸੀਂ ਉਹ ਵੀਡੀਓਜ਼ ਸ਼ੇਅਰ ਕਰ ਸਕਦੇ ਹੋ, ਸੋ ਥੈਂਕ ਯੂ ਸੋ ਮਚ। ਹਾਂਜੀ, ਅੱਜ ਅਸੀਂ ਗੱਲ ਕਰਾਂਗੇ ਪੈਟਰਨ, ਆਦਤਾਂ। ਆਈ ਥਿੰਕ ਪੈਟਰਨ ਅਸੀਂ ਉਹਨਾਂ ਨੂੰ ਇੰਗਲਿਸ਼ 'ਚ ਕਹਿੰਦੇ ਐਂਡ ਮਾਨਸਿਕ ਆਦਤਾਂ। ਸੋ ਆਦਤਾਂ ਕੀ ਨੇ? ਐਂਡ ਆਦਤਾਂ ਜਿਵੇਂ ਸਾਨੂੰ ਫਿਜ਼ੀਕਲ ਆਦਤਾਂ ਦਾ ਪਤਾ ਵਾ, ਫੋਰ ਐਗਜ਼ਾਮਪਲ ਕੋਈ ਵੀ ਜਿਹੜੀ ਸਰੀਰਕ ਲੈਵਲ 'ਤੇ ਸਾਡੀਆਂ ਆਦਤਾਂ ਵਾ, ਜਿਵੇਂ ਅਸੀਂ ਮਿੱਠਾ ਖਾਂਦੇ ਹਾਂ, ਕੋਈ ਵੀ ਤਰੀਕੇ ਦੀਆਂ ਆਦਤਾਂ ਹੋ ਸਕਦੀਆਂ ਵਾ। ਅੱਜ ਅਸੀਂ ਮਾਨਸਿਕ ਆਦਤਾਂ ਦੀ ਗੱਲ ਕਰਾਂਗੇ ਕਿ ਸਾਡੀਆਂ ਇੱਕ ਮਾਨਸਿਕ ਆਦਤਾਂ ਵੀ ਹੈਗੀਆਂ। ਐਂਡ ਆਦਤ ਕੀ ਹੁੰਦੀ? ਆਦਤ ਦਾ ਮਤਲਬ ਉਹ ਕਿੰਨੇ ਸਾਲਾਂ ਤੋਂ ਪਿਛਲੀ ਜਿਵੇਂ ਸਾਡੀ ਅਸੀਂ ਜ਼ਿੰਦਗੀ ਜਿਉਣੇ ਆ, ਪਿਛਲੇ ਸਾਲਾਂ ਤੋਂ ਆਦਤਾਂ ਚੱਲੀ ਜਾਂਦੀਆਂ ਹੁੰਦੀਆਂ ਵਿਦਆਊਟ ਅਸੀਂ ਉਹਨਾਂ ਨੂੰ ਅਪਡੇਟ ਕਰਨ ਦੇ। ਸੋ ਆਪਦੇ ਆਪ ਹੀ ਆਟੋਮੈਟਿਕਲੀ ਉਹ ਦਿਮਾਗ ਦੇ ਵਿੱਚ ਅਨਕੌਨਸ਼ੀਅਸ, ਜਿੱਥੇ ਸਾਨੂੰ ਅਵੇਅਰਨੈਸ ਵੀ ਨਹੀਂ ਹੁੰਦੀ, ਉਸ ਹਿੱਸੇ ਦਿਮਾਗ ਦੇ ਵਿੱਚ ਉਹ ਦੱਬੀਆਂ ਵੀਆਂ ਹੁੰਦੀਆਂ ਵਾ ਐਂਡ ਉਹ ਆਪਦੇ ਆਪ ਪਲੇ ਆਊਟ ਕਰੀ ਜਾਂਦੀਆਂ ਸਾਡੀ ਜ਼ਿੰਦਗੀ ਦੇ ਵਿੱਚ। ਸੋ ਮਾਨਸਿਕ ਆਦਤਾਂ ਕੀ ਆ? ਮਾਨਸਿਕ ਆਦਤਾਂ, ਸੋ ਸਭ ਤੋਂ ਪਹਿਲਾਂ ਇੱਕ ਮਨੋਵਿਗਿਆਨ ਇਹ ਮੰਨਦਾ ਵਾ ਜਿਹੜੀਆਂ ਮਾਨਸਿਕ ਆਦਤਾਂ ਦੀ ਅੱਜ ਅਸੀਂ ਗੱਲ ਕਰਨੇ, ਜਿਹੜੀਆਂ ਨੈਗੇਟਿਵ ਮਾਨਸਿਕ ਆਦਤਾਂ ਦੀ ਅਸੀਂ ਗੱਲ ਅੱਜ ਕਰਦੇ ਹਾਂ। ਮਨੋਵਿਗਿਆਨ ਮੰਨਦਾ ਵਾ ਕਿ ਸਾਡੇ ਜ਼ਖਮ ਹੁੰਦੇ ਆ, ਉਹਨਾਂ ਆਦਤਾਂ ਦੇ ਥੱਲੇ ਸਾਡੇ ਜ਼ਖਮ ਆ ਐਂਡ ਉਹਨਾਂ ਜ਼ਖਮਾਂ ਨੂੰ ਲੁਕਾਉਣ ਵਾਸਤੇ ਅਸੀਂ ਉਹ ਆਦਤਾਂ ਬਣਾਉਂਦੇ ਹਾਂ ਆਪਦੀ ਜ਼ਿੰਦਗੀ ਦੇ ਵਿੱਚ, ਮਾਨਸਿਕ ਆਦਤਾਂ। ਸੋ ਥੈਂਕ ਯੂ ਐਵਰੀਵਨ। ਜਿਵੇਂ ਕਿ ਅਸੀਂ ਹਮੇਸ਼ਾ ਕਹਿੰਦੇ ਹੁੰਦੇ, ਪਲੀਜ਼ ਤੁਸੀਂ ਥੱਲੇ ਕਮੈਂਟਸ ਲਿਖ ਸਕਦੇ ਹੋ, ਕੁਐਸਚਨ ਲਿਖ ਸਕਦੇ ਹੋ ਜਿਹੜਾ ਤੁਸੀਂ ਸਾਨੂੰ ਚਾਹੁੰਦੇ ਕਿ ਅਸੀਂ ਆਨਸਰ ਦਈਏ ਸੈਸ਼ਨ ਦੇ ਰਾਹੀਂ, ਜਾਂ ਕੋਈ ਵੀ ਹੋਰ ਟੌਪਿਕ ਜਿਹੜਾ ਤੁਸੀਂ ਚਾਹੁੰਦੇ ਕਿ ਸਾਨੂੰ ਆਉਣ ਵਾਲੇ ਲਾਈਵ ਸੈਸ਼ਨਸ ਦੇ ਵਿੱਚ ਅਸੀਂ ਡਿਸਕਸ ਕਰੀਏ। ਸੋ ਮਾਨਸਿਕ ਆਦਤਾਂ ਕੀ ਨੇ? ਸੋ ਬੇਸਿਕਲੀ ਜਿਵੇਂ ਕਿ ਸਾਡੀਆਂ ਸਰੀਰਕ ਆਦਤਾਂ ਹੋਈਆਂ, ਉਵੇਂ ਹੀ ਅਸੀਂ ਮਾਨਸਿਕ ਆਦਤਾਂ ਕਰਦੇ ਹਾਂ, ਜਿਹੜੀਆਂ ਕਿ ਅਸੀਂ ਕਰਦੇ ਹਾਂ ਅਤੇ ਨਾ ਸਾਨੂੰ ਅਵੇਅਰਨੈਸ ਆ ਕਿ ਉਹ ਸਾਡੇ ਵਿੱਚ ਆ ਰਹੀਆਂ। ਐਂਡ ਉਹ ਮਾਨਸਿਕ ਆਦਤਾਂ ਸਾਡੇ ਇੱਕ ਜ਼ਖਮ ਥੱਲੇ ਹੁੰਦਾ ਵਾ। ਜ਼ਖਮ ਨੂੰ ਜ਼ਖਮ ਦੇ ਉੱਤੇ, ਜ਼ਖਮ ਸਾਡਾ ਉਹ ਨੰਗਾ ਨਾ ਰਵੇ, ਅਸੀਂ ਉਹਦੇ ਉੱਤੇ ਮਾਨਸਿਕ ਆਦਤ ਪਾਉਂਦੇ ਹਾਂ। ਐਂਡ ਮੋਸਟ ਆਫ ਦਾ ਟਾਈਮ ਮਨੋਵਿਗਿਆਨ ਸਮਝਦਾ ਵਾ, ਥੈਂਕ ਯੂ, ਮਨੋਵਿਗਿਆਨ ਸਮਝਦਾ ਕਿ ਮੋਸਟ ਆਫ ਦਾ ਟਾਈਮ ਜਿਹੜਾ ਜ਼ਖਮ ਅਸੀਂ ਲੁਕਾਉਂਦੇ ਹਾਂ, ਉਹ ਜ਼ਖਮ ਇੱਕ ਡਰ ਹੁੰਦਾ ਵਾ ਐਂਡ ਕਿਸੇ ਵੀ ਤਰ੍ਹਾਂ ਦਾ ਡਰ ਹੋ ਸਕਦਾ ਵਾ। ਸੋ ਫੋਰ ਐਗਜ਼ਾਮਪਲ, ਹਰ ਵੇਲੇ ਕੰਪਲੇਨ ਕਰਨੀ, ਇਹ ਮਾਨਸਿਕ ਆਦਤ ਆ। ਹਰ ਥਾਂ 'ਤੇ ਕੰਪਲੇਨ ਕਰਨੀ, ਇਹ ਮਾਨਸਿਕ ਆਦਤ ਆ। ਹਰ ਚੀਜ਼ ਨੂੰ ਰੋਕਣਾ, ਹਰ ਚੀਜ਼ ਦਾ ਵਿਰੋਧ ਕਰਨਾ, ਇਹ ਮਾਨਸਿਕ ਆਦਤ ਆ। ਹਰ ਟਾਈਮ ਤੁਸੀਂ ਆਰਗਿਊ ਕਰਨਾ ਹਰ ਕਿਸੇ ਨਾਲ, ਇਹ ਮਾਨਸਿਕ ਆਦਤ ਆ। ਫੋਰ ਐਗਜ਼ਾਮਪਲ, ਇੰਗਜ਼ਾਇਟੀ ਤੁਹਾਨੂੰ ਬਾਰ-ਬਾਰ ਹੋਣੀ, ਇਹ ਵੀ ਇੱਕ ਮਾਨਸਿਕ ਆਦਤ ਆ। ਵਿਕਟਮ, ਆਪਦੇ ਆਪ ਨੂੰ ਇਹ ਮਹਿਸੂਸ ਕਰਨਾ ਕਿ ਹਰ ਦੁਨੀਆ ਦਾ ਜਿਹੜਾ ਚੀਜ਼ ਆ, ਹਰ ਦੁਨੀਆ ਦਾ ਆਦਮੀ ਮੇਰੇ ਖਿਲਾਫ ਆ, ਇਹ ਮਾਨਸਿਕ ਆਦਤ ਆ। ਬੇਵਿਸ਼ਵਾਸੀ, ਕਿਸੇ 'ਤੇ ਵਿਸ਼ਵਾਸ ਨਾ ਕਰ ਸਕਣਾ, ਇਹ ਵੀ ਮਾਨਸਿਕ ਆਦਤ ਆ। ਬਲੇਮਿੰਗ ਕਰਨੀ, ਕਿਸੇ ਨੂੰ ਬਲੇਮ ਕਰਨਾ, ਇਹ ਵੀ ਮਾਨਸਿਕ ਆਦਤ ਆ। ਹਰ ਵੇਲੇ ਅਨਖੁਸ਼ ਰਹਿਣਾ, ਹਰ ਵੇਲੇ ਖੁਸ਼ ਨਾ ਰਹਿਣਾ, ਕੋਈ ਹੈ ਹੀ ਨਹੀਂ ਕੁਛ ਖੁਸ਼ ਰਹਿਣ ਨੂੰ, ਉਹ ਵੀ ਇੱਕ ਮਾਨਸਿਕ ਆਦਤ ਆ। ਹਰ ਵੇਲੇ ਪਛਤਾਵਾ ਕਰਨਾ ਜ਼ਿੰਦਗੀ ਦੇ ਵਿੱਚ, ਉਹ ਵੀ ਇੱਕ ਮਾਨਸਿਕ ਆਦਤ ਆ। ਹਰ ਵੇਲੇ ਇੱਕ ਅਡਿਕਸ਼ਨ ਹੋਣੀ, ਕਿਸੇ ਖਾਣ ਦੀ ਅਡਿਕਸ਼ਨ ਹੋਣੀ, ਜਾਂ ਡਰਿੰਕ ਕਰਨ ਦੀ ਅਡਿਕਸ਼ਨ ਹੋਣੀ, ਜਾਂ ਇੱਕ ਨਸ਼ਾ ਕਰਨ ਦੀ ਅਡਿਕਸ਼ਨ ਹੋਣੀ, ਉਹ ਵੀ ਇੱਕ ਮਾਨਸਿਕ ਆਦਤ ਆ। ਸੋ ਹੋਰ ਵੀ ਬਹੁਤ ਮਾਨਸਿਕ ਆਦਤਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਸੀਂ ਲਿਖ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ। ਐਂਡ ਅੱਜ ਇਹ ਬਹੁਤ ਵਧੀਆ ਟਾਈਮ ਆ ਕਿ ਬਿਕਾਜ਼ ਅਸੀਂ ਗੱਲਾਂ ਕਰ ਰਹੇ ਹਾਂ, ਅਸੀਂ ਆਪਣੀਆਂ ਮਾਨਸਿਕ ਆਦਤਾਂ ਦੇ ਅਵੇਅਰ ਹੋਈਏ ਵੀ ਸਾਡੀਆਂ ਮਾਨਸਿਕ ਆਦਤਾਂ ਕੀ ਆ। ਸੋ ਹਰ ਵੇਲੇ ਲੋੜ ਤੋਂ ਵੱਧ ਕੰਮ ਕਰ ਲੈਣਾ ਗਾ ਐਂਡ ਪਤਾ ਨਾ ਲੱਗਣਾ ਕਿ ਹੁਣ ਮੇਰਾ ਦਿਮਾਗ ਦੇ ਤੌਰ 'ਤੇ, ਹਰ ਲੈਵਲ ਦੇ ਤੌਰ 'ਤੇ ਮੈਂ ਐਗਜ਼ੌਸਟ ਹੋਣ ਵਾਲੀ ਹਾਂ, ਮੈਂ ਥੱਕਣ ਵਾਲੀ ਹਾਂ। ਸੋ ਇਹ ਜਿਹੜੀਆਂ ਸਾਡੀਆਂ ਮਾਨਸਿਕ ਆਦਤਾਂ ਵਾ, ਐਂਡ ਇਹ ਮਾਨਸਿਕ ਆਦਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੇਖੋ ਵੀ ਕਿਹੜੀਆਂ ਵਾ ਤੁਹਾਡੀ ਜੇ ਮਾਨਸਿਕ ਆਦਤਾਂ ਜ਼ਿੰਦਗੀ ਦੇ ਵਿੱਚ, ਜਿਹੜੀਆਂ ਬਾਰ-ਬਾਰ ਹਰ ਰਿਸ਼ਤੇ ਵਿੱਚ ਆਉਂਦੀਆਂ। ਤੁਸੀਂ ਆਰਗਿਊ ਇੱਕ ਬੰਦੇ ਨਾਲ ਨਹੀਂ ਕਰਦੇ, ਹਰ ਇਨਸਾਨ ਨਾਲ ਆਰਗਿਊ ਕਰਨ ਲੱਗ ਜਾਂਦੇ। ਤੁਸੀਂ ਫਰਸਟ੍ਰੇਟਡ ਸਿਰਫ ਇੱਕ ਇਨਸਾਨ ਤੋਂ ਨਹੀਂ ਹੁੰਦੇ, ਹਰ ਇਨਸਾਨ ਤੋਂ ਤੁਸੀਂ ਫਰਸਟ੍ਰੇਟਡ ਮਹਿਸੂਸ ਕਰਦੇ ਹੋ। ਸੋ ਇਵੇਂ ਤੁਹਾਨੂੰ ਪਤਾ ਲੱਗ ਸਕਦਾ ਕਿ ਆਦਤ ਕੀ ਆ ਜਾਂ ਪੈਟਰਨ ਕੀ ਆ, ਕਿਉਂਕਿ ਉਹ ਤੁਹਾਡੇ ਲਾਈਫ ਦੇ ਕਈ ਹਿੱਸਿਆਂ ਦੇ ਵਿੱਚ ਆਉਂਦਾ ਵਾ। ਸੋ ਫੋਰ ਐਗਜ਼ਾਮਪਲ, ਤੁਸੀਂ ਆਪਦੇ ਜੌਬ ਤੋਂ ਵੀ ਨਾ ਖੁਸ਼ ਹੋ, ਤੁਸੀਂ ਆਪਦੇ ਬੱਚੇ ਤੋਂ ਵੀ ਨਾ ਖੁਸ਼ ਹੋ, ਤੁਸੀਂ ਆਪਦੇ ਘਰ ਵਾਲੇ ਤੋਂ ਵੀ ਨਾ ਖੁਸ਼ ਹੋ। ਹਾਂਜੀ,
ਸੋ ਤੁਸੀਂ ਆਪਦੇ ਘਰ ਵਾਲੇ ਤੋਂ ਵੀ ਨਾ ਖੁਸ਼ ਹੋ, ਤੁਹਾਨੂੰ ਡਿਸਅਪੋਇੰਟਮੈਂਟ ਜਾਂ ਤੁਹਾਨੂੰ ਤਕਲੀਫ, ਤੁਹਾਡਾ ਮਨ ਤਣਾਅ 'ਚ ਹੁੰਦਾ। ਕੋਈ ਵੀ ਤੁਸੀਂ ਕੰਮ ਕਰਦੇ ਹੋ, ਚਾਹੇ ਤੁਸੀਂ ਪੜ੍ਹਨ ਲੱਗਦੇ ਹੋ, ਚਾਹੇ ਤੁਸੀਂ ਕੁੱਕ ਕਰਨ ਲੱਗਦੇ ਹੋ, ਚਾਹੇ ਤੁਸੀਂ TV ਦੇਖਣ ਲੱਗਦੇ ਹੋ, ਚਾਹੇ ਤੁਸੀਂ ਬਾਹਰ ਜਾਣ ਲੱਗਦੇ ਹੋ, ਚਾਹੇ ਤੁਸੀਂ ਡਰਾਈਵ ਕਰਨ ਲੱਗਦੇ ਹੋ, ਤੁਸੀਂ ਨਾ ਖੁਸ਼ ਆ, ਤੁਸੀਂ ਤਣਾਅ ਆ। ਐਂਡ ਇਹ ਇੱਕ ਆਦਤ ਆ। ਐਂਗਜ਼ਾਇਟੀ, ਤੁਹਾਨੂੰ ਹਰ ਥਾਂ 'ਤੇ ਐਂਗਜ਼ਾਇਟੀ ਹੋ ਜਾਂਦੀ ਆ, ਕੋਈ ਵੀ ਤੁਸੀਂ ਕੰਮ ਕਰਦੇ ਹੋ ਕਿਤੇ ਵੀ, ਐਂਡ ਬਾਰ-ਬਾਰ। ਸੋ ਬੇਸਿਕਲੀ ਆਦਤ ਇੱਕ ਪੈਟਰਨ ਦਾ ਮਤਲਬ ਆ, ਹਾਂਜੀ, ਇੱਕ ਪੈਟਰਨ ਦਾ, ਅਤੇ ਇੱਕ ਮਤਲਬ ਹੈ ਕਿ ਉਹ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਬਾਰ-ਬਾਰ ਤੁਹਾਨੂੰ ਦਿਖਾਈ ਜਾ ਰਹੀ, ਬਾਰ-ਬਾਰ ਉਹ ਸ਼ੀਸ਼ਾ ਤੁਹਾਡੇ ਸਾਹਮਣੇ ਆਉਂਦਾ। ਹੋ ਸਕਦਾ ਵੱਖਰੇ ਤਰੀਕੇ ਨਾਲ, ਐਂਡ ਅਸੀਂ ਉਹਨਾਂ ਆਦਤਾਂ ਨੂੰ ਇਗਨੋਰ ਕਿਵੇਂ ਕਰਦੇ ਹਾਂ? ਅਸੀਂ ਕਹਿੰਦੇ ਸਾਡਾ ਪਾਰਟਨਰ ਵੀ ਖਰਾਬ ਹੋ, ਕਿਉਂਕਿ ਉਹ ਮੇਰੇ ਨਾਲ ਆਰਗਿਊ ਕਰਦਾ ਵਾ, ਸਾਡਾ ਬੱਚਾ ਵੀ ਖਰਾਬ ਆ, ਉਹ ਮੇਰੇ ਨਾਲ ਆਰਗਿਊ ਕਰਦਾ ਵਾ, ਸਾਡੇ ਇਨਲਾਜ਼ ਵੀ ਖਰਾਬ ਆ, ਉਹ ਮੇਰੇ ਨਾਲ ਆਰਗਿਊ ਕਰਦੇ ਆ, ਕੰਮ 'ਤੇ ਵੀ ਲੋਕ ਮੈਨੂੰ ਚੰਗਾ ਨਹੀਂ ਸਮਝਦੇ, ਉਹ ਵੀ ਮੇਰੇ ਨਾਲ ਆਰਗਿਊ ਕਰਦੇ ਆ। ਅਸੀਂ ਇਹ ਪ੍ਰੋਬਲਮਾਂ ਲੋਕਾਂ ਦੀ ਬਣਾ ਲੈਂਦੇ, ਵਿਚ ਇਜ਼ ਬਲੇਮ, ਰਾਈਟ? ਇਹ ਮਾਨਸਿਕ ਆਦਤਾਂ ਦੀ ਕੀ ਬਲੇਮ, ਬਿਕਾਜ਼ ਉਹਨਾਂ ਸਾਰੇ ਲੋਕਾਂ ਦੇ ਵਿੱਚ ਤੁਸੀਂ ਕਾਮਨ ਡਿਨੋਮੀਨੇਟਰ ਹੋ। ਫੋਰ ਐਗਜ਼ਾਮਪਲ, ਕਈ ਵਾਰ ਵੇਖਿਆ ਤੁਸੀਂ, ਜੇ ਤੁਹਾਡਾ ਫੋਨ ਖਰਾਬ ਹੋਵੇ ਜਾਂ ਉਹਦੇ ਵਿੱਚ ਵੋਇਸ ਨਹੀਂ ਸਹੀ ਤਰੀਕੇ ਨਾਲ ਆਉਂਦੀ ਹੋਵੇ, ਐਂਡ ਤੁਸੀਂ ਹਰ ਇੱਕ ਨੂੰ ਫੋਨ ਕਰਦੇ ਆ ਅਤੇ ਹਰ ਤੁਹਾਨੂੰ ਕਹਿੰਦਾ ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ, ਐਂਡ ਤੁਸੀਂ ਆਪ ਨਹੀਂ ਜ਼ਿੰਮੇਵਾਰੀ ਲੈਂਦੇ ਕਿ ਮੇਰਾ ਫੋਨ ਖਰਾਬ ਆ। ਤੁਸੀਂ ਕਹਿੰਦੇ ਤੇਰੇ ਫੋਨ ਖਰਾਬ ਆ, ਮੈਂ ਉਹਨੂੰ ਫੋਨ ਕੀਤਾ ਸੀ ਉਹਦਾ ਵੀ ਫੋਨ ਖਰਾਬ ਆ, ਉਹਨੂੰ ਫੋਨ ਕੀਤਾ ਸੀ ਉਹਦਾ ਵੀ ਫੋਨ ਖਰਾਬ ਆ, ਉਹਨੂੰ ਫੋਨ ਕੀਤਾ ਸੀ ਉਹਦਾ ਵੀ ਫੋਨ ਖਰਾਬ ਆ, ਉਹਨੂੰ ਫੋਨ ਕੀਤਾ ਸੀ ਉਹਦਾ ਵੀ ਫੋਨ ਖਰਾਬ ਆ। ਸੋ ਜਦੋਂ ਕੋਈ ਵੀ ਆਦਤ, ਕੋਈ ਵੀ ਮਾਨਸਿਕ ਆਦਤ ਤੁਹਾਡੇ ਹਰ ਰਿਸ਼ਤੇ 'ਤੇ ਪੈਣ ਲੱਗ ਜਾਵੇ, ਉਦੋਂ ਤੁਹਾਨੂੰ ਆਪਦੇ ਆਪ 'ਚ ਅਵੇਅਰਨੈਸ, ਆਪਦੇ ਆਪ 'ਚ ਠਹਿਰਾਵ ਲਿਆਉਣਾ ਬੜਾ ਜ਼ਰੂਰੀ ਹੈ ਕਿ ਇਹ ਆਦਤ ਮੇਰੇ ਹਰ ਰਿਸ਼ਤੇ ਵਿੱਚ ਦਾ ਰਹੀ ਹੈ। ਫੋਰ ਐਗਜ਼ਾਮਪਲ, ਹਰ ਰਿਸ਼ਤੇ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਦੂਸਰਾ ਇਨਸਾਨ ਮੇਰਾ ਚੰਗਾ ਨਹੀਂ ਚਾਹੁੰਦਾ, ਹਰ ਰਿਸ਼ਤੇ ਦੇ ਵਿੱਚ ਮੈਨੂੰ ਗੁੱਸਾ ਚੜ੍ਹ ਰਿਹਾ, ਹਰ ਇਨਸਾਨ ਨਾਲ ਜਦੋਂ ਮੇਰਾ ਕੋਈ ਕੌਨਫਲਿਕਟ ਹੁੰਦਾ ਮੈਨੂੰ ਗੁੱਸਾ ਚੜ੍ਹਨ ਲੱਗ ਜਾਂਦਾ ਵਾ। ਸੋ ਇਹ ਹੈਗੀ ਆ ਮਾਨਸਿਕ ਆਦਤ। ਐਂਡ ਇਹ ਮਾਨਸਿਕ ਆਦਤ ਅਸੀਂ ਕਿਉਂ ਡਿਵੈਲਪ ਕੀਤੀ? ਕਿਉਂਕਿ ਇਹਦੇ ਥੱਲੇ ਜ਼ਖਮ ਆ, ਜਿਹੜਾ ਕਿ ਅਸੀਂ ਟਟੋਲਣਾ ਨਹੀਂ ਚਾਹੁੰਦੇ, ਅਸੀਂ ਫਰੋਲਣਾ ਨਹੀਂ ਚਾਹੁੰਦੇ, ਅਸੀਂ ਅਵੇਅਰਨੈਸ ਨਹੀਂ ਬਣਾਉਣਾ। ਸੋ ਸਾਨੂੰ ਬਲੇਮ ਕਰਨਾ ਸੌਖਾ ਲੱਗਦਾ, ਸਾਨੂੰ ਆਪਦੇ ਬੱਚੇ 'ਚ ਬਲੇਮ ਕਰਨਾ ਸੌਖਾ ਲੱਗਦਾ, ਸਾਨੂੰ ਆਪਦੇ ਘਰ ਵਾਲੇ 'ਚ ਬਲੇਮ ਕਰਨਾ ਸੌਖਾ ਲੱਗਦਾ, ਸਾਨੂੰ ਆਪਦੇ ਕੰਮ ਵਾਲੇ ਲੋਕਾਂ ਦੇ ਵਿੱਚ ਬਲੇਮ ਕਰਨਾ ਸੌਖਾ ਲੱਗਦਾ, ਸਾਨੂੰ ਆਪਦੇ ਦੋਸਤ ਮਿੱਤਰਾਂ 'ਚ ਬਲੇਮ ਕਰਨਾ ਸੌਖਾ ਲੱਗਦਾ, ਸਾਨੂੰ ਆਪਦੇ ਇਨਲਾਜ਼ ਦੇ ਵਿੱਚ ਬਲੇਮ ਕਰਨਾ ਸੌਖਾ ਲੱਗਦਾ। ਮੈਨੂੰ ਨਹੀਂ ਪਤਾ ਤੁਹਾਡੇ ਬਾਰੇ, ਪਰ ਮੈਨੂੰ ਪਤਾ ਕਿ ਮੈਂ ਬਹੁਤ ਲੋਕਾਂ ਨਾਲ ਡਿਸਅਪੋਇੰਟਡ ਹੋ ਜਾਂਦੀ, ਬਹੁਤ ਲੋਕਾਂ 'ਤੇ ਮੈਨੂੰ ਫਰਸਟ੍ਰੇਸ਼ਨ ਆ ਜਾਂਦੀ ਆ। ਫਿਰ ਮੈਂ ਸੋਚਦੀ ਹਾਂ, ਉਸ ਟਾਈਮ ਮੈਂ ਸੋਚਦੀ ਨਹੀਂ ਆਦਤ ਨਹੀਂ ਹੈ, ਸਾਰੇ ਲੋਕ ਹੀ ਆਲੇ ਦੁਆਲੇ ਜਿਹੜੇ ਮੈਨੂੰ ਤੰਗ ਕਰਨ ਲਈ ਜੁੜੇ ਹੋਏ ਨੇ। ਪਰ ਜਦੋਂ ਫਿਰ ਮੈਂ ਉਹਦਾ 15-20 ਮਿੰਟ ਜਾਂ 2-3 ਘੰਟਿਆਂ ਬਾਅਦ ਉਹਦਾ ਨਿਚੋੜ ਕੱਢਦੀ, ਅਤੇ ਮੈਨੂੰ ਪਤਾ ਲੱਗਾ ਕਿ ਇਹਦੇ ਵਿੱਚ ਕਾਮਨ ਡਿਨੋਮੀਨੇਟਰ ਤਾਂ ਮੈਂ ਹੀ ਸੀ, ਕਿਉਂਕਿ ਮੈਂ ਹੀ ਹਰ ਥਾਂ 'ਤੇ ਫਰਸਟ੍ਰੇਸ਼ਨ ਦਿਖਾਈ। ਸੋ ਅਸੀਂ ਰਿਐਕਟ ਕਿਵੇਂ ਕਰਦੇ ਹਾਂ, ਅਸੀਂ ਸਿਚੁਏਸ਼ਨਾਂ ਨੂੰ ਰਿਐਕਟ ਕਿਵੇਂ ਕਰਦੇ, ਉਹ ਵੀ ਇੱਕ ਸਾਡੀ ਆਦਤ ਆ। ਫੋਰ ਐਗਜ਼ਾਮਪਲ, ਜਿਵੇਂ ਆ ਕ੍ਰਾਈਸਿਸ ਆ, ਬਹੁਤ ਲੋਕ ਕ੍ਰਾਈਸਿਸ 'ਤੇ ਬਲੇਮ ਕੰਮ ਕਰ ਰਹੇ ਆ ਕਿ ਕ੍ਰਾਈਸਿਸ ਕਰਕੇ ਮੇਰੇ ਬੱਚੇ ਨਾਲ ਮੈਨੂੰ ਤੰਗ ਕਰ ਰਿਹਾ, ਕ੍ਰਾਈਸਿਸ ਕਰਕੇ ਮੇਰਾ ਹਸਬੈਂਡ ਨਹੀਂ ਮੇਰੀ ਗੱਲ ਸੁਣ ਰਿਹਾ, ਕ੍ਰਾਈਸਿਸ ਕਰਕੇ ਮੇਰੇ ਇਨਲਾਜ਼ ਮੈਨੂੰ ਤੰਗ ਕਰ ਰਹੇ ਨੇ, ਕ੍ਰਾਈਸਿਸ ਕਰਕੇ ਮੇਰੀ ਹੋਰ ਫੈਮਿਲੀ ਦੇ ਜੀ ਮੈਨੂੰ ਤੰਗ ਕਰ ਰਹੇ, ਕ੍ਰਾਈਸਿਸ ਕਰਕੇ ਮੇਰੀ ਜੋਬ ਮੈਨੂੰ। ਪਰ ਤੁਸੀਂ ਇਹ ਦੇਖੋ ਕਿ ਜਿਹੜੀਆਂ ਇਹ ਚੀਜ਼ਾਂ ਪਹਿਲਾਂ ਵੀ ਤੁਹਾਡੇ ਹਸਬੈਂਡ ਨਾਲ ਇੰਟਰੈਕਸ਼ਨਸ ਹੁੰਦੀਆਂ ਸੀ, ਤੁਹਾਡੇ ਬੱਚੇ ਨਾਲ ਪਹਿਲਾਂ ਵੀ ਇੰਟਰੈਕਸ਼ਨਸ ਹੁੰਦੀਆਂ ਸੀ, ਉਹ ਰਿਐਕਸ਼ਨ ਇਹਨਾਂ ਰਿਐਕਸ਼ਨ ਨਾਲੋਂ ਵੱਖਰੇ ਨਹੀਂ, ਜ਼ਿਆਦਾ ਜ਼ਰੂਰ ਹੋ ਗਿਆ ਪਰ ਉਹ ਰਿਐਕਸ਼ਨ ਵੱਖਰੇ ਨਹੀਂ। ਸੋ ਅਸੀਂ ਰਿਐਕਟ ਕਿਵੇਂ ਕਰਦੇ ਹਾਂ? ਫੋਰ ਐਗਜ਼ਾਮਪਲ, ਜਦੋਂ ਅਸੀਂ ਕਿਸੇ ਨੂੰ ਰਿਐਕਟ ਕਰਦੇ, ਸਾਨੂੰ ਲੱਗਦਾ ਕਿ ਦੂਸਰੇ ਇਨਸਾਨ ਦੇ ਵਿੱਚ ਗਲਤੀ ਆ, ਦੂਸਰੇ ਇਨਸਾਨ ਨੇ ਮੈਨੂੰ ਗੁੱਸਾ ਚੜਾਇਆ, ਦੂਸਰੇ ਇਨਸਾਨ ਨੇ ਮੈਨੂੰ ਮਜਬੂਰ ਕੀਤਾ, ਦੂਸਰੇ ਇਨਸਾਨ ਨੇ ਮੇਰੇ 'ਤੇ ਬੇਵਿਸ਼ਵਾਸੀ ਕੀਤੀ। ਹਰ ਵੇਲੇ ਅਸੀਂ ਬਲੇਮ, ਐਂਡ ਇੱਕ ਬੱਚਿਆਂ ਵਾਲਾ ਐਟੀਟਿਊਡ ਆ ਜਿਹੜੇ ਕਿ ਆਪਾਂ ਸਾਰੇ ਕਰਦੇ, ਤੁਸੀਂ ਵੀ ਕਰਦੇ, ਮੈਂ ਵੀ ਕਰਦੀ ਹਾਂ। ਸਾਨੂੰ ਬਲੇਮ ਕਰਨਾ ਚੰਗਾ ਲੱਗਦਾ ਵਾ। ਜੇ ਮੈਂ ਦੁਖੀ ਹਾਂ ਅੱਜ ਬਿਕਾਜ਼ ਅੱਜ ਮੇਰੇ ਹਸਬੈਂਡ ਦੀ ਕਰਕੇ ਦੁਖੀ ਹਾਂ, ਜੇ ਮੈਂ ਅੱਜ ਥੱਕੀ ਹੋਈ ਹਾਂ ਬਿਕਾਜ਼ ਮੈਂ ਆਪਣੇ ਬੱਚੇ ਕਰਕੇ ਥੱਕੀ ਹੋਈ ਹਾਂ, ਜੇ ਅੱਜ ਮੇਰਾ ਜੀਅ ਨਹੀਂ ਲੱਗ ਰਿਹਾ, ਮੈਂ ਨਾ ਖੁਸ਼ ਆਪਦੀ ਜ਼ਿੰਦਗੀ ਤੋਂ, ਫਿਰ ਮੈਂ ਆਪਦੇ ਹਸਬੈਂਡ ਕਰਕੇ ਜਾਂ ਆਪਦੇ ਬੱਚੇ ਕਰਕੇ ਜਾਂ ਆਪਦੀ ਫੈਮਿਲੀ ਕਰਕੇ ਜਾਂ ਆਪਦੇ ਭੈਣ ਭਰਾ ਕਰਕੇ ਦੁਖੀ ਹਾਂ, ਜਾਂ ਆਪਦੇ ਹੋਰ ਵੀ ਕਿਸੇ ਰਿਸ਼ਤੇਦਾਰ ਕਰਕੇ ਦੁਖੀ ਹਾਂ। ਕਿਉਂਕਿ ਸਾਨੂੰ ਬਲੇਮ ਅਤੇ ਵਿਕਟਮਾਈਜ਼ੇਸ਼ਨ ਦੇ ਵਿੱਚ ਰਹਿਣਾ, ਕਿਉਂਕਿ ਇਹਦੇ ਥੱਲੇ ਡਰ ਆ ਕਿ ਜਿਸ ਦਿਨ ਮੈਂ ਉਸ ਜ਼ਖਮ ਨੂੰ ਫਰੋਲਿਆ, ਜਿਹੜਾ ਮੇਰੇ ਅੰਦਰ ਆ, ਜਿਹੜਾ ਇਹਨਾਂ ਆਦਤਾਂ ਦੇ ਥੱਲੇ ਆ ਜ਼ਖਮ, ਜੇ ਉਸ ਨੂੰ ਉਹਦੇ ਲਈ ਤਾਂ ਰਿਸਪੋਂਸੀਬਿਲਿਟੀ, ਅਕਾਊਂਟੇਬਿਲਿਟੀ, ਡਰ ਆ ਕਿ ਉਹਦੇ ਅੰਦਰ ਮੈਨੂੰ ਮਜਬੂਰੀ, ਮੈਨੂੰ ਜ਼ਿੰਮੇਵਾਰੀ ਚੱਕਣੀ ਪਊਗੀ, ਉਹਦੇ ਅੰਦਰ ਮੈਨੂੰ ਆਪਦੇ ਆਪ ਨੂੰ ਬਦਲਣਾ ਪਊਗਾ। ਉਹਦੇ ਵਿੱਚ ਜਦੋਂ ਮੈਂ ਖਿਲਾਰ ਕੇ ਵੇਖੂੰਗੀ ਤਾਂ ਮੈਨੂੰ ਪਤਾ ਲੱਗੂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਬਾਹਰ ਦੇ ਵਿੱਚ ਸੋਚਦੀ ਸੀ ਵੀ ਬਾਹਰ ਗਲਤ ਆ, ਮੇਰੇ ਆਲੇ ਦੁਆਲੇ ਗਲਤ ਆ, ਉਹ ਤਾਂ ਐਕਚੁਅਲੀ ਮੇਰੇ ਅੰਦਰ ਸੀਗੀਆਂ, ਉਹ ਤਾਂ ਮੇਰੇ ਅੰਦਰ ਗਲਤ ਆ, ਉਹ ਤਾਂ ਮੇਰੇ ਅੰਦਰ ਇਹ ਨੈਗੇਟਿਵ ਪੈਟਰਨ ਚੱਲ ਰਹੇ ਆ, ਉਹ ਤਾਂ ਮੇਰੇ ਅੰਦਰ ਇਹ ਮਾਨਸਿਕ ਆਦਤਾਂ ਮੇਰੇ ਅੰਦਰ ਜੰਮੀਆਂ ਹੋਈਆਂ, ਉਹਨਾਂ ਨੂੰ ਦੇਖਣ ਤੋਂ ਅਸੀਂ ਡਰਦੇ ਹਾਂ, ਕਿਉਂਕਿ ਆਪਦੇ ਅੰਦਰ ਮਾਨਸਿਕ ਜਿਹੜਾ ਜ਼ਖਮ ਹੋਇਆ ਵਿਆ, ਆਪਦੇ ਅੰਦਰ ਜਿਹੜਾ ਮਾਨਸਿਕ ਦੁੱਖ ਦਾ ਢੇਰ ਲੱਗਿਆ ਵਿਆ, ਅਸੀਂ ਉਹਨੂੰ ਨਹੀਂ ਫਰੋਲਣਾ ਚਾਹੁੰਦੇ। ਉਹ ਤੋਂ ਫਰੋਲਣ ਤੋਂ ਜਗ੍ਹਾ ਸਾਨੂੰ ਬਲੇਮ ਕਰਨਾ ਸੌਖਾ ਲੱਗਦਾ ਵਾ।
ਸਾਨੂੰ ਦੂਸਰੇ ਨੂੰ ਆਰਗਿਊ ਕਰਨਾ ਸੌਖਾ ਲੱਗਦਾ, ਸਾਨੂੰ ਦੂਸਰੇ ਤੇ ਗੁੱਸਾ ਕਰਨਾ ਸੌਖਾ ਲੱਗਦਾ। ਸੋ ਆਪਦਾ ਇਹ ਪਛਾਣੋ ਕਿ ਮੇਰੇ ਅੰਦਰ ਕਿਹੜਾ ਮਾਨਸਿਕ ਆਦਤ ਆ, ਮੇਰੇ ਅੰਦਰ ਕਿਹੜਾ ਇੱਕ ਮਾਨਸਿਕ ਪੈਟਰਨ ਆ। ਬਿਕਾਜ਼ ਇਹ ਪੈਟਰਨ ਸਾਡੇ ਜਦੋਂ ਪਿੱਛੇ ਸਾਡੇ ਨਾਲ ਜ਼ਿੰਦਗੀ 'ਚ ਚੀਜ਼ਾਂ ਹੋ ਰਹੀਆਂ ਸੀ, ਅਸੀਂ ਇਹ ਪੈਟਰਨ ਅਪਣਾਏ ਵੇ ਆ। ਇਹ ਅਸੀਂ ਸਾਡੀ ਜ਼ਿੰਦਗੀ ਵਿੱਚ ਆਦਤਾਂ ਨਹੀਂ ਬਦਲੀਆਂ, ਆਦਤਾਂ ਸਾਡੀਆਂ ਉਹੀ ਆ, ਸਾਡੀ ਜ਼ਿੰਦਗੀ ਦੇ ਐਕਸਪੀਰੀਅੰਸ ਆਈ ਜਾਂਦੇ। ਤੁਸੀਂ ਵੇਖ ਲਓ ਕਈ ਵਾਰ ਤੁਹਾਡੇ ਪਾਰਟਨਰਸ ਵੀ ਜਦੋਂ ਤੁਹਾਡੇ ਬਦਲਦੇ ਆ ਤੇ ਤੁਹਾਨੂੰ ਲੱਗਦਾ ਕਿ ਹਰ ਜਿਹੜਾ ਪਾਰਟਨਰ, ਹਰ ਇਨਸਾਨ ਜਿਹਦੇ ਨਾਲ ਮੈਂ ਪਿਆਰ ਕਰਦੀ ਹਾਂ, ਉਹ ਹਰ ਇਨਸਾਨ ਇੱਦਾਂ ਦਾ ਮੈਨੂੰ ਧੋਖਾ ਦਿੰਦਾ, ਉਹ ਹਰ ਇਨਸਾਨ ਮੇਰੇ ਲਈ ਸਟੈਂਡ ਨਹੀਂ ਲੈਂਦਾ, ਉਹ ਹਰ ਇਨਸਾਨ ਮੈਨੂੰ ਧੋਖਾ ਦਿੰਦਾ ਵਾ, ਉਹ ਹਰ ਇਨਸਾਨ ਮੇਰੇ 'ਤੇ ਵਿਸ਼ਵਾਸ ਨਹੀਂ ਕਰਦਾ। ਜਿਹੜੇ ਵੀ ਲੋਕਾਂ ਨੂੰ ਮੈਂ ਪਿਆਰ ਕਰਦੀ ਹਾਂ, ਤੁਸੀਂ ਦੇਖੋ ਕਈ ਵਾਰ ਜਿਹੜੇ ਵੀ ਲੋਕਾਂ ਨਾਲ ਮੈਂ ਫਰੈਂਡਸ਼ਿਪ ਕਰਦੀ ਹਾਂ, ਜਿਹੜੀਆਂ ਵੀ ਕੁੜੀਆਂ ਮੇਰੀਆਂ ਸਹੇਲੀਆਂ ਬਣਦੀਆਂ, ਹਰ ਸਹੇਲੀ ਮੈਨੂੰ ਦੁੱਖ ਦੇ ਕੇ ਜਾਂਦੀ ਆ, ਜਾਂ ਹਰ ਮਿੱਤਰ ਮੈਨੂੰ ਦੁੱਖ ਦੇ ਕੇ ਜਾਂਦਾ ਵਾ। ਕੋਈ ਵੀ ਮਿੱਤਰ ਇਹੋ ਜਿਹਾ ਨਹੀਂ ਜਿਹੜਾ ਮੈਨੂੰ ਦੁੱਖ ਨਾ ਦੇ ਕੇ। ਇਹਦਾ ਮਤਲਬ ਅਸੀਂ ਕਿਨੋਂ ਕਾਮਨ ਡਿਨੋਮੀਨੇਟਰ ਆ। ਇਹਦਾ ਮਤਲਬ ਅਸੀਂ ਉਸ ਰਿਸ਼ਤਿਆਂ ਦੇ ਵਿੱਚ ਕਾਮਨ ਆ। ਇਹ ਆਦਤਾਂ ਸਾਡੀਆਂ ਬਚਪਨ ਦੇ ਵਿੱਚ ਬਣੀਆਂ ਹੋਈਆਂ, ਇਹ ਆਦਤਾਂ ਬਚਪਨ ਦੇ ਆਉਣ ਵਾਲੇ ਜ਼ਿੰਦਗੀ ਦੇ ਜਿਹੜੇ ਸਾਡੇ ਐਕਸਪੀਰੀਅੰਸ ਹੋਏ ਆ, ਉਹਨਾਂ ਨੂੰ ਟੈਕਲ ਕਰਨ ਲਈ ਆਦਤਾਂ ਅਸੀਂ ਡਿਵੈਲਪ ਕੀਤੀਆਂ ਵਾ। ਫੋਰ ਐਗਜ਼ਾਮਪਲ, ਜਦੋਂ ਇੱਕ ਰਿਸ਼ਤੇ 'ਚ ਤੁਹਾਨੂੰ ਧੋਖਾ ਮਿਲੇ, ਜਾਂ ਛੋਟੇ ਬਚਪਨ ਦੇ ਵਿੱਚ ਤੁਸੀਂ ਆਪਦੇ ਮਾਂ-ਬਾਪ ਦੇ ਰਿਸ਼ਤੇ 'ਚ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਬੇਵਿਸ਼ਵਾਸੀ ਵੇਖੀ ਹੋਵੇ ਰਿਸ਼ਤਿਆਂ ਦੇ ਵਿੱਚ, ਰਿਸ਼ਤਿਆਂ 'ਤੇ ਤੁਸੀਂ ਵੇਖਿਆ ਹੋਵੇ ਕਿ ਰਿਸ਼ਤਿਆਂ ਨੂੰ ਕੋਈ ਤਵੱਜੋ ਨਹੀਂ ਦਿੰਦਾ ਗਾ, ਉਹ ਤੁਹਾਡਾ ਪੈਟਰਨ ਬਣ ਜਾਂਦਾ। ਐਂਡ ਤੁਸੀਂ ਹਰ ਆਪਦਾ ਰਿਸ਼ਤਾ ਉਨੀ ਕੈਜੂਅਲਟੀ ਨਾਲ ਲਓਗੇ, ਉਨੇ ਹੀ ਇੱਕ ਕੈਜੂਅਲ ਨਾ ਲਵਾਂਗੀ ਕਿ ਉਸ ਰਿਸ਼ਤੇ ਬਾਰੇ ਸੀਰੀਅਸ ਜਾਂ ਉਸ ਰਿਸ਼ਤਿਆਂ ਵਿੱਚ ਐਫਰਟ ਨਹੀਂ ਪਾਉਂਗੇ। ਤੁਸੀਂ ਦੇਖੋ ਜਿਹੜੇ ਸ਼ੁਰੂ ਦੇ ਵਿੱਚ ਜਿਹੜੇ ਕਈ ਇਨਸਾਨ ਹੁੰਦੇ, ਉਹ ਸੋਚਦੇ ਹੁੰਦੇ ਮੇਰੇ ਲਈ ਕੁਝ ਕਰੋ, ਮੇਰੇ ਲਈ ਕੁਝ ਕਰੋ। ਜਿਵੇਂ ਬੱਚੇ ਦੀ ਬਚਪਨ ਦੇ ਵਿੱਚ ਉਹਨਾਂ ਨੂੰ ਇਹੋ ਜਿਹੇ ਐਕਸਪੀਰੀਅੰਸ ਮਿਲੇ ਹੁੰਦੇ ਆ ਜਿੱਥੇ ਉਹਨਾਂ ਨੇ ਰਿਸ਼ਤੇ ਨੂੰ ਕੁਝ ਨਹੀਂ ਦਿੱਤਾ ਹੁੰਦਾ, ਉਹਨਾਂ ਨੇ ਸਿਰਫ ਰਿਸ਼ਤਿਆਂ ਤੋਂ ਮੰਗਿਆ ਹੁੰਦਾ। ਐਂਡ ਉਹ ਹਸਬੈਂਡ ਵੀ ਬਣ ਜਾਂਦੇ, ਵਾਈਫ ਵੀ ਬਣ ਜਾਂਦੇ, ਉਹ ਬੱਚੇ ਵੀ, ਫਿਰ ਉਹ ਆਪ ਹੀ ਰੋਈ ਜਾਂਦੇ ਵੀ ਮੈਨੂੰ ਹੀ ਚੀਜ਼ਾਂ ਦੇਈ ਜਾਓ, ਮੈਨੂੰ ਹੀ ਕੁਛ ਦੇਈ ਜਾਓ, ਮੈਨੂੰ ਹੀ ਖੁਸ਼ੀਆਂ ਬਾਹਰੋਂ ਦੇਈ ਜਾਵੋ। ਬਿਕਾਜ਼ ਉਹਨਾਂ ਦੀ ਆਦਤ ਇਹ ਹੁੰਦੀ ਆ ਕਿ ਮੈਨੂੰ ਦਵੋ, ਮੈਨੂੰ ਦਵੋ, ਮੈਨੂੰ। ਮਾਨਸਿਕ ਆਦਤ ਉਹਨਾਂ ਦੀ ਸਿਰਫ ਮੰਗਣਾ ਹੁੰਦੀ ਆ। ਸੋ ਇਵੇਂ ਸਾਡੀਆਂ ਕਈ ਮਾਨਸਿਕ ਆਦਤਾਂ ਜਿਹੜੀਆਂ ਸਾਡੇ ਵਿੱਚ ਸਫਰ ਅਸੀਂ ਕਰ ਰਹੇ ਹਾਂ। ਅਸੀਂ ਆਪਦੇ ਪਾਰਟਨਰ ਨੂੰ ਕਿਸ ਨਜ਼ਰ ਨਾਲ, ਅਸੀਂ ਆਪਦੇ ਰਿਸ਼ਤਿਆਂ ਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ। ਫੋਰ ਐਗਜ਼ਾਮਪਲ, ਕਈ ਵਾਰ ਜਦੋਂ ਇੱਕ ਰਿਸ਼ਤੇ ਦੇ ਵਿੱਚ ਤੁਹਾਨੂੰ ਧੋਖਾ ਮਿਲਦਾ ਵਾ, ਐਂਡ ਮੋਸਟ ਲੋਕੀ, ਜਦੋਂ ਮੈਂ ਕਾਉਂਸਲਿੰਗ ਕਰਦੀ ਹਾਂ, ਬਹੁਤ ਲੋਕੀ ਇੱਦਾਂ ਦੇ ਵੀ ਕਪਲ ਕਾਉਂਸਲਿੰਗ ਮੇਰੇ ਕੋਲ ਆਉਂਦੀ ਆ। ਸੋ ਜਦੋਂ ਤੁਹਾਨੂੰ ਇੱਕ ਰਿਸ਼ਤੇ ਵਿੱਚ ਧੋਖਾ ਮਿਲ ਗਿਆ, ਤੁਸੀਂ ਦੂਸਰੇ ਰਿਸ਼ਤੇ ਨੂੰ ਵੀ ਬੇਵਿਸ਼ਵਾਸੀ ਨਾਲ ਲਓਗੇ। ਫੋਰ ਐਗਜ਼ਾਮਪਲ, ਮਾੜਾ ਜਿਹਾ ਤੁਹਾਡਾ ਹਸਬੈਂਡ ਬਾਹਰ ਜਾਂਦਾ ਵਾ, ਮਾੜਾ ਜਿਹਾ ਤੁਹਾਡਾ ਹਸਬੈਂਡ ਕਿਸੇ ਨੂੰ ਫੋਨ ਕਰਦਾ ਵਾ, ਜਾਂ ਤੁਹਾਡੀ ਵਾਈਫ ਕਿਸੇ ਨੂੰ ਫੋਨ ਕਰਦੀ ਆ, ਤੁਹਾਨੂੰ ਜਦੇ ਸ਼ੱਕ ਹੋਣ ਲੱਗ ਜੂ, ਕਿਉਂਕਿ ਬੇਵਿਸ਼ਵਾਸੀ ਆ, ਆਦਤ, ਮਾਨਸਿਕ ਆਦਤ ਬਣ ਚੁੱਕੀ ਆ ਬੇਵਿਸ਼ਵਾਸੀ। ਐਂਡ ਇਹ ਪੈਟਰਨ ਬਹੁਤ ਔਖੇ ਆ ਸਾਡੀ ਜ਼ਿੰਦਗੀ 'ਚੋਂ ਜਾਣੇ, ਬਿਕਾਜ਼ ਇੱਕ ਆਦਤਾਂ ਬਣ ਜਾਂਦੀਆਂ। ਐਂਡ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਇਹਨਾਂ ਨੂੰ ਕੱਢ ਨਹੀਂ ਸਕਦੇ ਪੈਟਰਨ ਨੂੰ, ਪਰ ਆਪਣਾ ਪੈਟਰਨ ਪਛਾਣੋ ਕਿ ਮੇਰਾ ਮਾਨਸਿਕ ਪੈਟਰਨ ਕੀ ਆ। ਮੈਂ ਆਪਦੇ ਹਸਬੈਂਡ ਨੂੰ, ਜਦੋਂ ਵੀ ਮੇਰੇ ਹਸਬੈਂਡ ਨਾਲ ਮੇਰੀ ਲੜਾਈ ਹੁੰਦੀ ਹੈ ਜਾਂ ਮੇਰੇ ਡਿਫਰੈਂਸ ਆਫ ਓਪੀਨੀਅਨ ਹੁੰਦੇ ਆ, ਮੈਂ ਰਿਐਕਟ ਕਿਵੇਂ ਕਰਦੀ ਹਾਂ, ਮੈਂ ਮਹਿਸੂਸ ਕਿਵੇਂ ਕਰਦੀ ਹਾਂ। ਹਰ ਵਾਰ ਤੁਸੀਂ ਉਹ ਕਰਕੇ ਦੇਖਿਓ ਕਿ ਤੁਹਾਡਾ ਜਿਹੜਾ ਪੈਟਰਨ ਆ ਸੇਮ ਹੀ ਹੋਊਗਾ। ਹਰ ਵਾਰ ਜਿਹੜੀ ਤੁਹਾਡੀ ਗੱਲਬਾਤ ਹੋਊਗੀ, ਉਹ ਸੇਮ ਹੀ ਰਿਐਕਸ਼ਨ ਹੋਊਗਾ। ਕਿ ਮੈਂ ਰਿਐਕਸ਼ਨ ਗੁੱਸੇ ਨਾਲ ਦਿੰਦੀ ਹਾਂ, ਕਿ ਮੈਂ ਚੁੱਪ ਹੋ ਜਾਂਦੀ ਹਾਂ ਅਤੇ ਮੈਂ ਆਪਦੀਆਂ ਗੱਲਾਂ ਬਾਤਾਂ ਦੱਸਦੀ ਨਹੀਂ, ਕਿ ਮੈਂ ਬਲੇਮ ਕਰਨ ਲੱਗ ਜਾਂਦੀ ਹਾਂ, ਜਾਂ ਮੈਂ ਕਿਸੇ ਹੋਰ ਨੂੰ ਫੋਨ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਤੁਹਾਡਾ ਰਿਐਕਸ਼ਨ ਨਿਕਲਦਾ ਉਹ ਸੇਮ ਆ। ਉਹ ਸੇਮ ਪਹਿਲਾਂ ਵੀ ਤੁਹਾਡੇ ਰਿਸ਼ਤਿਆਂ ਦੇ ਵਿੱਚ ਉਹੀ ਐਕਸਪੀਰੀਅੰਸ ਸੀਗਾ, ਉਹੀ ਤੁਹਾਨੂੰ ਵਾਪਸ ਆ ਕੇ ਮਿਲ ਰਿਹਾ ਸੀ। ਹੁਣ ਇਹਨਾਂ ਰਿਸ਼ਤਿਆਂ ਦੇ ਵਿੱਚ ਵੀ ਵਾਪਸ ਤੁਹਾਨੂੰ ਉੱਦਾਂ ਦੀਆਂ ਹੀ ਮੂਹਰੋਂ ਮਿਲ ਰਿਹਾ। ਬਿਕਾਜ਼ ਕਿਤੇ ਨਾ ਕਿਤੇ, ਫੋਰ ਐਗਜ਼ਾਮਪਲ, ਮੇਰੇ ਕੋਲ ਇੱਕ ਕਲਾਇੰਟ ਆਏ, ਉਹ ਕਹਿੰਦੇ ਮੈਨੂੰ ਹਰ ਰਿਸ਼ਤੇ ਦੇ ਵਿੱਚ ਲੋਕੀ ਯੂਜ਼ ਕਰਦੇ ਨੇ, ਹਰ ਰਿਸ਼ਤੇ ਦੇ ਵਿੱਚ ਲੋਕੀ ਮੇਰੇ ਲਈ ਸਟੈਂਡ ਨਹੀਂ ਕਰਦੇ, ਹਰ ਰਿਸ਼ਤੇ ਦੇ ਵਿੱਚ ਲੋਕੀ ਮੈਨੂੰ ਸੀਰੀਅਸ ਨਹੀਂ ਲੈਂਦੇ ਗੇ। ਐਂਡ ਹੁਣ ਉਹ ਕਹਿੰਦੇ ਮੈਂ ਐਸ ਪਾਰਟਨਰਸ਼ਿਪ ਦੇ ਵਿੱਚ ਹਾਂ ਅਤੇ ਇਹਦੇ ਵਿੱਚ ਵੀ ਲੋਕੀ ਮੈਨੂੰ ਸੀਰੀਅਸ ਨਹੀਂ ਲੈਂਦੇ ਗੇ, ਲੋਕੀ ਮੇਰੀ ਉਹ ਕਦਰ ਕੀਮਤ ਨਹੀਂ ਕਰਦੇ। ਐਂਡ ਇਹਦੇ ਵਿੱਚ ਤੁਹਾਡਾ ਅਸੀਂ ਪੈਟਰਨ ਉਹਨਾਂ ਦਾ ਕੀ ਡੀਕਨਸਟਰਕਸ਼ਨ, ਅਸੀਂ ਪੈਟਰਨ ਉਹਨਾਂ ਦਾ ਕੀ ਪਛਾਣਿਆ ਕਿ ਉਹ ਸ਼ੁਰੂ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਹੀ ਕੰਫਰਟੇਬਲ ਹੋ ਜਾਂਦੇ ਜਿਹੜੇ ਲੋਕ ਉਹਨਾਂ ਦੀ ਕਦਰ ਨਹੀਂ ਕਰਦੇ ਹੁੰਦੇ, ਜਿਹੜੇ ਲੋਕ ਕਿਉਂਕਿ ਉਹ ਬਹੁਤ ਥੋੜ੍ਹੇ 'ਤੇ ਸੈਟਲ ਹੋ ਜਾਂਦੇ ਆ, ਜਾਂ ਜੇ ਫੋਰ ਐਗਜ਼ਾਮਪਲ ਉਹਨਾਂ ਨੂੰ ਜੇ ਨਹੀਂ ਵੀ ਇੱਜ਼ਤ ਜਾਂ ਕਦਰ ਜਾਂ ਉੱਦਾਂ ਦੀ ਉਹਨਾਂ ਨੂੰ ਮਿਲ ਰਹੀ, ਉਹ ਉਹਨਾਂ ਦਾ ਪੈਟਰਨ ਬਣ ਗਿਆ ਕਿ ਉੱਦਾਂ ਦੇ ਲੋਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਬੈਠੀ ਜਾਂਦੇ ਆ, ਉੱਦਾਂ ਦੇ ਲੋਕ ਉਹਨਾਂ ਦੇ ਕਮਰਿਆਂ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ ਆ ਬੈਠੀ ਜਾਂਦੇ, ਉਹਨਾਂ ਦੀ ਕਾਰ ਦੇ ਵਿੱਚ ਬੈਠੀ ਜਾਂਦੇ ਆ। ਬਿਕਾਜ਼ ਉਹਨਾਂ ਨੇ ਸ਼ੁਰੂ ਬਚਪਨ ਦੇ ਵਿੱਚ ਜਾਂ ਆਪਦੇ ਪਿਛਲੇ ਲਾਈਫ ਦੇ ਐਕਸਪੀਰੀਅੰਸਿਸ ਤੋਂ ਇਹ ਸਿੱਖਿਆ ਕਿ ਮੈਂ ਕਾਬਿਲ ਨਹੀਂ, ਮੈਂ ਕਦਰ ਦੇ ਕਾਬਿਲ ਨਹੀਂ ਹੈਗੀ, ਮੈਂ ਇੱਜ਼ਤ ਦੇ ਕਾਬਿਲ ਨਹੀਂ ਹੈਗੀ। ਐਂਡ ਇਟਸ ਓਕੇ ਜੇ ਲੋਕੀ ਮੈਨੂੰ ਨਹੀਂ ਦਿੰਦੇ ਕਿ। ਐਂਡ ਹੁੰਦਾ ਕੀ ਆ, ਓਵਰ ਟਾਈਮ ਜਦੋਂ ਰਿਸ਼ਤਿਆਂ ਦੇ ਵਿੱਚ ਜ਼ਿਆਦਾ ਸਮਾਂ ਰਹਿੰਦੇ ਆ ਅਤੇ ਚੀਜ਼ਾਂ, ਇਹ ਜ਼ਖਮ ਉਹਨਾਂ ਦੇ ਜ਼ਿਆਦਾ ਉਜਾਗਰ ਹੁੰਦੇ ਆ। ਬਿਕਾਜ਼ ਸ਼ੁਰੂ ਦੇ ਵਿੱਚ ਹੀ ਉਹ ਇਹ ਮੰਨ ਲੈਂਦੇ ਕਿ ਸਾਨੂੰ ਇੱਜ਼ਤ ਦੇ ਅਸੀਂ ਕਾਬਿਲ ਨਹੀਂ ਹੈਗੇ, ਅਸੀਂ
ਅਸੀਂ ਮੋਹ ਪਿਆਰ ਦੇ ਕਾਬਿਲ ਨਹੀਂ ਹੈਗੇ, ਸਾਨੂੰ ਇੰਨੀ ਕੀ ਕਦਰ ਮਿਲਣੀ ਚਾਹੀਦੀ ਹੈ, ਇਦੋਂ ਵੱਧ ਅਸੀਂ ਕਦਰ ਪੁੱਛ ਨਹੀਂ ਸਕਦੇਗੇ। ਸੋ ਹੁੰਦਾ ਕੀ ਆ ਕਿ ਇਹ ਪੈਟਰਨ ਤੁਹਾਡਾ ਜ਼ਿੰਦਗੀ ਦੇ ਵਿੱਚ ਬਣ ਜਾਂਦਾ ਵਾ। ਸੋ ਸਾਨੂੰ ਜ਼ਿੰਦਗੀ 'ਚ ਉਹੀ ਚੀਜ਼ਾਂ ਮਿਲਦੀਆਂ ਵਾ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੱਗਦਾ ਕਿ ਅਸੀਂ ਡਿਜ਼ਰਵ ਕਰਦੇ ਹਾਂ। ਫੋਰ ਐਗਜ਼ਾਮਪਲ ਤੁਸੀਂ ਦੇਖੋ ਵੀ ਕਈ ਵਾਰ ਜੋਬਸ ਬਹੁਤ ਵਧੀਆ ਲੱਗੀਆਂ ਹੁੰਦੀਆਂ ਔਨਲਾਈਨ, ਐਂਡ ਕਈ ਵਾਰ ਇੱਕ ਮੇਰੇ ਕਲਾਇੰਟ ਇੱਦਾਂ ਸੀ, ਉਹ ਕਹਿੰਦਾ ਮੈਂ ਜੋਬ ਅਪਲਾਈ ਨਹੀਂ ਕਰਦਾ ਬਿਕਾਜ਼ ਮੈਨੂੰ ਡਰ ਆ ਕਿ ਇਹਨਾਂ ਨੇ ਕੀ ਮੈਨੂੰ ਹਾਇਰ ਕਰਨਾ, ਇਹ ਕਾਹਤੇ ਮੈਨੂੰ ਹਾਇਰ ਕਰਨਗੇ ਕਿਉਂਕਿ ਇਹਨਾਂ ਨੂੰ ਤਾਂ ਮੇਰੇ ਤੋਂ ਵਧੀਆ ਵੀ ਬੰਦੇ, ਬਿਕਾਜ਼ ਉਸ ਇਨਸਾਨ ਦੀ ਉਹਨਾਂ ਦੀ ਪੈਟਰਨ ਇਹ ਸੀਗਾ ਕਿ ਉਹ ਆਪਦੇ ਆਪ ਨੂੰ ਇਹ ਸੋਚਦੇ ਸੀ ਮੈਂ ਤਾਂ ਬਹੁਤ ਘਟੀਆ ਵਾਂ ਐਂਡ ਮੈਨੂੰ ਇਹ ਜਿਹੀਆਂ ਚੰਗੀਆਂ ਚੀਜ਼ਾਂ ਮਿਲ ਨਹੀਂ ਸਕਦੀਆਂ ਗੀਆਂ। ਸੋ ਤੁਹਾਡਾ ਮਾਨਸਿਕ ਪੈਟਰਨ ਕੀ ਆ, ਤੁਹਾਡਾ ਮਾਨਸਿਕ ਤੁਸੀਂ ਰਿਐਕਟ ਕਿਵੇਂ ਕਰਦੇ ਆ। ਸੋ ਜਦੋਂ ਵੀ ਫੋਰ ਐਗਜ਼ਾਮਪਲ ਤੁਹਾਡਾ ਹਸਬੈਂਡ ਜਾਂ ਤੁਹਾਡਾ ਵਾਈਫ ਜਾਂ ਤੁਹਾਡਾ ਬੱਚਾ ਕਿਸੇ ਤਰੀਕੇ ਨਾਲ ਰਿਐਕਟ ਕਰਦਾ ਵਾ, ਤੁਸੀਂ ਆਪਦੇ ਪੈਟਰਨ ਗਿਣ ਕੇ ਦੇਖਿਓ, ਉਹ ਇੱਕ ਹੀ ਤਰ੍ਹਾਂ ਦਾ ਰਿਐਕਸ਼ਨ ਹੋਊਗਾ ਕਿ ਹਰ ਵੇਲੇ ਤੁਹਾਨੂੰ ਉੱਦਾਂ ਦਾ ਹੀ ਤੁਸੀਂ ਰਿਐਕਸ਼ਨ ਦਿੰਦੇ ਹੋਵੋਗੇ ਆਪਦੇ ਪਾਰਟਨਰ ਨੂੰ, ਆਪਦੇ ਬੱਚੇ ਨੂੰ, ਆਪਦੇ ਰਿਸ਼ਤੇਦਾਰਾਂ ਨੂੰ। ਸੋ ਅਸੀਂ ਇਹਨਾਂ 'ਚੋਂ ਨਿਕਲ ਕਿਵੇਂ ਸਕਦੇ ਹਾਂ। ਪਹਿਲਾਂ ਤਾਂ ਇਹ ਜਾਣੋ ਕਿ ਜਿਹੜੇ ਪੈਟਰਨ ਆ ਇਹ ਸਾਡੇ ਪਿੱਛੇ ਵਾਲੇ ਪਿੱਛੋਂ ਆਏ ਵੇ ਆ, ਸਾਡੀਆਂ ਆਦਤਾਂ ਪਿੱਛੋਂ ਆਈਆਂ ਵੀਆਂ, ਇਹ ਅੱਜ ਦਾ ਨਹੀਂ ਹੁਣ ਦਾ ਨਹੀਂ ਮੂਮੈਂਟ ਹੈਗਾ। ਫੋਰ ਐਗਜ਼ਾਮਪਲ ਜੇ ਤੁਸੀਂ ਇੱਕ ਨਵੀਂ ਪਾਰਟਨਰਸ਼ਿਪ ਆ ਐਂਡ ਪਿੱਛੇ ਤੁਹਾਡੀ ਜਿਹੜੀ ਪਾਰਟਨਰਸ਼ਿਪ ਸੀ ਉਹਦੇ ਵਿੱਚ ਚੀਟਿੰਗ ਇਨਵੋਲਵਡ ਸੀਗਾ, ਉਹਦੇ ਵਿੱਚ ਤੁਹਾਡੇ ਹਸਬੈਂਡ ਜਾਂ ਵਾਈਫ ਨੇ ਚੀਟ ਕੀਤਾ ਐਂਡ ਇਸ ਟਾਈਮ ਰਾਈਟ ਨਾਓ ਲੈਟਸ ਸੇ ਤੁਹਾਡਾ ਤੁਸੀਂ ਕਿਤੇ ਪ੍ਰੋਗਰਾਮ 'ਤੇ ਜਾਣਾ ਚਾਹੁੰਦੇ ਹੋ ਐਂਡ ਤੁਹਾਡਾ ਹਸਬੈਂਡ ਕਹਿ ਰਿਹਾ ਕਿ ਮੈਂ ਨਹੀਂ ਜਾਊਂਗਾ ਐਂਡ ਇਮੀਡੀਏਟਲੀ ਤੁਹਾਡਾ ਦਿਮਾਗ ਕਿਵੇਂ ਰਿਐਕਟ ਕਰਦਾ, ਤੁਹਾਡਾ ਦਿਮਾਗ ਬੇਵਿਸ਼ਵਾਸੀ 'ਚੋਂ ਰਿਐਕਟ ਕਰਦਾ। ਤੁਹਾਡਾ ਦਿਮਾਗ ਕਹਿੰਦਾ ਵਾ ਕਿ ਇਹ ਵੀ ਇਨਸਾਨ ਉਵੇਂ ਕਰੂਗਾ ਜਿਵੇਂ ਉਸ ਇਨਸਾਨ ਨੇ ਮੇਰੇ ਨਾਲ ਪਿੱਛੇ ਕੀਤਾ ਗਾ। ਤੁਸੀਂ ਦੇਖਦੇ ਹੋ ਬੇਵਿਸ਼ਵਾਸੀ ਵਾਲਾ ਮਾਨਸਿਕ ਪੈਟਰਨ ਬਣਿਆ ਹੋਇਆ ਐਂਡ ਤੁਸੀਂ ਉਸ ਰਿਐਕਟ ਐਂਡ ਜਦ ਕਿ ਰਾਈਟ ਨਾਓ ਤੁਸੀਂ ਇੱਕ ਵੱਖਰੇ ਬੰਦੇ ਨਾਲ ਡੀਲ ਕਰ ਰਹੇ ਹੋ, ਇਸ ਰਿਸ਼ਤੇ ਵਿੱਚ ਵੱਖਰੇ ਬੰਦੇ ਨਾਲ ਡੀਲ ਕਰ ਰਹੇ ਹੋ, ਪਰ ਮਾਨਸਿਕ ਆਦਤ ਸੇਮ ਹੀ ਆ, ਪਿਛਲੇ ਇਨਸਾਨ ਵਾਲੀ ਵੀ ਉਹੀ ਆਦਤ। ਸੋ ਉਹੀ ਆਦਤ ਚੱਕ ਕੇ ਤੁਸੀਂ ਮਾਨਸਿਕ ਆਦਤ ਇਸ ਇਨਸਾਨ 'ਤੇ ਪਾਤੀ। ਸੋ ਹੋਇਆ ਕੀ ਆ, ਤੁਸੀਂ ਅੱਜ ਦੇ ਵਿੱਚ ਨਹੀਂ ਜਿਉ ਰਹੇ, ਤੁਸੀਂ ਪਾਸਟ ਦੇ ਵਿੱਚ ਪਿੱਛੇ ਵਾਲੇ ਵਕਤ ਦੇ ਵਿੱਚ ਜਿਉ ਰਹੇ ਹੋ, ਜਦੋਂ ਤੁਸੀਂ ਆਪਦੇ ਹਸਬੈਂਡ ਨੂੰ ਜਾਂ ਆਪਦੀ ਵਾਈਫ ਨੂੰ ਇਸ ਤਰੀਕੇ ਨਾਲ ਰਿਐਕਟ ਕਰੋਗੇ ਕਿ ਹੁਣ ਇਹ ਮੇਰੇ ਨਾਲ ਜਾਣਾ ਨਹੀਂ ਚਾਹੁੰਦੀ ਜਾਂ ਮੇਰੇ ਨਾਲ ਜਾਣਾ ਨਹੀਂ ਚਾਹੁੰਦਾ ਬਿਕਾਜ਼ ਇਹ ਵੀ ਮੈਨੂੰ ਚੀਟ ਕਰੂਗਾ, ਇਹ ਵੀ ਮੈਨੂੰ ਛੱਡ ਕੇ ਜਾਊਗਾ। ਕਿੰਨੇ ਲੋਕ ਰਿਸ਼ਤਿਆਂ ਦੇ ਵਿੱਚੋਂ ਨਿਕਲਦੇ ਹਨ, ਜਦੋਂ ਦੂਸਰੇ ਰਿਸ਼ਤੇ ਦੇ ਵਿੱਚ ਪੈਂਦੇ ਆ ਉਹਨਾਂ ਦਾ ਕਿੱਡਾ ਵੱਡਾ ਇਹ ਡਰ ਹੁੰਦਾ ਕਿ ਇਹ ਇਨਸਾਨ ਵੀ ਮੈਨੂੰ ਰਿਸ਼ਤੇ 'ਚ ਛੱਡ ਕੇ ਜਾਊਗਾ, ਇਹ ਇਨਸਾਨ ਵੀ ਮੈਨੂੰ ਧੋਖਾ ਦੇਊਗਾ, ਇਹ ਵੀ ਮੇਰੇ ਨਾਲ ਬੇਵਿਸ਼ਵਾਸੀ ਕਰੂਗਾ, ਕਿਉਂਕਿ ਅਸੀਂ ਪਿਛਲੇ ਟਾਈਮ ਜਿਉ ਰਹੇ ਹੁੰਦੇ ਹਾਂ, ਅੱਜ ਨਹੀਂ ਜਿਉਂਦੇ ਕਿ ਅਸੀਂ ਉਹ ਪਿਛਲਾ ਜਿਹੜਾ ਪੰਡ ਆ ਉਹ ਸਿਰ 'ਤੇ ਚੱਕੀ ਹੁੰਦੀ ਹੈ ਐਂਡ ਉਹੀ ਫਰੋਲ ਕੇ ਅਸੀਂ ਉਸੇ ਹਿਸਾਬ ਨਾਲ ਰਿਐਕਟ ਕਰ ਦਿੰਦੇ ਹਾਂ। ਸੋ ਇਹ ਜਿਵੇਂ ਮੈਂ ਗੱਲ ਕਰ ਰਹੀ ਸੀਗੀ ਕਿ ਇੱਕ ਪਾਰਟਨਰ ਕਹਿੰਦਾ ਮੈਂ ਨਹੀਂ ਜਾਣਾ ਅਤੇ ਹਸਬੈਂਡ ਜਾਂ ਵਾਈਫ ਨੇ ਇਮੀਡੀਏਟਲੀ ਇਹ ਰਿਐਕਸ਼ਨ ਬਣਾ ਲਿਆ ਕਿ ਇਹ ਇਨਸਾਨ ਮੇਰੇ ਨਾਲ ਬੇਵਿਸ਼ਵਾਸੀ ਕਰੂਗਾ, ਇਹ ਇਨਸਾਨ ਮੇਰੇ ਨਾਲ ਚੀਟਿੰਗ ਕਰੂਗਾ, ਇਹ ਇਨਸਾਨ ਮੈਨੂੰ ਛੱਡ ਕੇ ਜਾਊਗਾ ਐਂਡ ਇਮੀਡੀਏਟਲੀ ਵਾਈਫ ਰਿਐਕਟਿਵ ਹੋ ਜਾਂਦੀ ਆ, ਗੁੱਸੇ ਹੋ ਜਾਂਦੀ ਆ, ਹਸਬੈਂਡ ਗੁੱਸੇ ਹੋ ਜਾਂਦਾ, ਰਿਐਕਟਿਵ ਹੋ ਜਾਂਦਾ, ਐਂਗਰ ਹੋ ਜਾਂਦਾ, ਬਲੇਮ ਕਰਨ ਲੱਗ ਜਾਂਦਾ, ਸੋਚਦਾ ਵੀ ਕਿੰਨੇ ਵਾਰੀ ਆਪਾਂ ਕਈ ਵਾਰ ਰਿਸ਼ਤਿਆਂ ਦੇ ਵਿੱਚ ਕਹਿੰਦੇ ਤੁਸੀਂ ਮੈਨੂੰ ਪਿਆਰ ਨਹੀਂ ਕਰਦੇਗੇ ਜਾਂ ਤੂੰ ਮੈਨੂੰ ਪਿਆਰ ਨਹੀਂ ਕਰਦਾਗਾ, ਮੈਨੂੰ ਛੱਡ ਕੇ ਚਲਿਆ ਜਾਣਾ, ਤੂੰ ਵੀ ਨਹੀਂ ਰਹਿਣਾਗਾ ਮੇਰੇ। ਐਂਡ ਜੇ ਅਸੀਂ ਕਹੀਏ ਵੀ ਨਾ, ਸਾਡਾ ਮਨ ਇਹ ਚੀਜ਼ਾਂ ਆਲਰੇਡੀ ਸੋਚ ਲੈਂਦਾ ਵਾ। ਸੋ ਸਾਡੀ ਮਾਨਸਿਕਤਾ, ਸਾਡੇ ਆਦਤਾਂ ਕੀ ਆ ਪੈਟਰਨ ਦੀਆਂ। ਸੋ ਜਦੋਂ ਜਿਵੇਂ ਤੁਸੀਂ ਇਹ ਦੇਖੋਗੇ ਕਿ ਜਿਹੜੇ ਆਦਤਾਂ ਵਾ ਇਹ ਤੁਹਾਡੇ ਪਿੱਛੇ ਕਿਸੇ ਨਾਲ ਹੋਈਆਂ ਵੀਆਂ। ਫੋਰ ਐਗਜ਼ਾਮਪਲ ਲੈਸ ਇੱਕ ਕਲਾਇੰਟ ਮੇਰਾ ਆਇਆ ਜਿਨ੍ਹਾਂ ਨੇ ਕਿਸੇ ਨੂੰ ਮਨੀ ਦਿੱਤੀ ਸੀ ਅਤੇ ਉਹਨਾਂ ਨਾਲ ਧੋਖਾ ਕੀਤਾ। ਹੁਣ ਉਹ ਹਰ ਇਨਸਾਨ ਨੂੰ ਮਨੀ ਦੇਣ ਤੋਂ ਡਰਦੇ ਆ, ਹੁਣ ਹਰ ਇਨਸਾਨ ਨੂੰ ਉਹ ਥੋੜ੍ਹੀ ਮਨੀ ਦੇਣ ਨੂੰ ਵੀ ਡਰਦੇ ਆ ਬਿਕਾਜ਼ ਉਹਨਾਂ ਨਾਲ ਪਿੱਛੇ ਬੇਵਿਸ਼ਵਾਸੀ ਧੋਖਾ ਹੋਇਆ ਵਾ। ਐਂਡ ਜਦੋਂ ਵੀ ਫੋਰ ਐਗਜ਼ਾਮਪਲ ਕੋਈ ਵੀ ਚੀਜ਼ ਮਾੜੀ ਜਿਹੀ ਵੀ ਉਹਨਾਂ ਨੂੰ ਜਦੋਂ ਪੈਸੇ ਦੇਣ ਲੱਗਦੇ ਆ ਉਦੋਂ ਕਹਿੰਦੇ ਮੇਰੇ ਅੰਦਰ ਟ੍ਰਿਗਰ ਹੋਣ ਲੱਗ ਜਾਂਦੇ, ਮੇਰੇ ਅੰਦਰ ਡਰ ਲੱਗਣ ਲੱਗ ਜਾਂਦਾ, ਮੈਂ ਰਿਸ਼ਤੇਦਾਰ ਨੂੰ ਵੀ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਇਹ ਚੀਜ਼ ਦਾ ਜ਼ਖਮ ਮਿਲਿਆ ਹੋਇਆ। ਤੁਸੀਂ ਦੇਖਦੇ ਹੋ ਪਿੱਛੇ ਜਿਹੜਾ ਉਹ ਪਿਛਲੇ ਨੂੰ ਰਿਐਕਟ ਕਰ ਰਹੇ ਆ, ਉਹ ਉਸੇ ਚੀਜ਼ ਨਾਲ ਲੜ ਰਹੇ ਆ ਜਿਹੜੀ ਉਹਨਾਂ ਨਾਲ ਪਿੱਛੇ ਹੋਈ ਸੀ, ਉਹ ਉਸੇ ਇਨਸਾਨ ਨਾਲ ਲੜ ਰਹੇ ਜਿਨ੍ਹਾਂ ਨੇ ਉਹਦੇ ਪੈਸੇ ਨਹੀਂ ਮੋੜੇ, ਪਿੱਛੇ ਵੱਲ ਰਾਈਟ ਨਾਓ ਵਾਲੇ ਇਨਸਾਨ ਨਾਲ ਨਹੀਂ ਲੜ ਰਹੇ। ਜਿਵੇਂ ਜਦੋਂ ਹੁਣ ਸਾਡੇ ਕੋਲ ਬੱਚਾ, ਸਾਡੇ ਕੋਲ ਪਾਰਟਨਰ ਆ, ਜਿਹੜੇ ਸਾਡੇ ਕਰੰਟ ਸਿਚੁਏਸ਼ਨ ਆ, ਅਸੀਂ ਇਹਨਾਂ ਨੂੰ ਰਿਐਕਟ ਨਹੀਂ ਕਰਦੇ, ਅਸੀਂ ਪਿਛਲੀਆਂ ਚੀਜ਼ਾਂ ਨੂੰ ਰਿਐਕਟ ਕਰਦੇ ਹਾਂ। 4-5 ਸਾਲ ਪਹਿਲਾਂ ਕਿਵੇਂ ਅਸੀਂ ਰਿਐਕਟ ਕੀਤਾ ਸੀ ਕਿਸੇ ਰਿਸ਼ਤੇਦਾਰਾਂ ਨਾਲ, ਜਦੋਂ ਉਹਨਾਂ ਨੇ ਇਹ ਕੀਤਾ ਉਹੀ ਅੱਜ ਅਸੀਂ ਰਿਐਕਟ ਕੀਤਾ। ਸੋ ਅਸੀਂ ਇੱਕ ਪੈਟਰਨ ਆ, ਅਸੀਂ ਇੱਕ ਆਦਤ ਆ, ਅਸੀਂ ਸਮੇਂ ਦੇ ਵਿੱਚ ਨਹੀਂ ਚੱਲਦੇ ਗੇ, ਅਸੀਂ ਇੱਕ ਪਿਛਲਾ ਲੈ ਕੇ ਚੱਲਦੇ ਹਾਂ। ਸੋ ਜਦੋਂ ਵੀ ਤੁਹਾਡਾ ਇਹ ਮਾਨਸਿਕ ਪੈਟਰਨ ਮੂਹਰੇ ਆਉਂਦਾ, ਫੋਰ ਐਗਜ਼ਾਮਪਲ ਜਿਵੇਂ ਮੈਂ ਕਿਹਾ, ਉਹ ਪੈਟਰਨ ਇੱਕ ਪਛਤਾਵਾ ਹੋ ਸਕਦਾ, ਉਹ ਪੈਟਰਨ ਇੱਕ ਬਲੇਮ ਹੋ ਸਕਦਾ ਵਾ, ਆਲਵੇਜ਼ ਆਰਗਿਊ ਹੋ ਸਕਦਾ, ਨਾ ਖੁਸ਼ ਹੋ ਸਕਦਾ ਵਾ, ਵਿਕਟਮ ਹੋ ਸਕਦਾ ਵੀ ਹਰ ਇਨਸਾਨ ਮੇਰੇ ਨਾਲ ਤਾਂ ਹੀ ਕਰਦਾ। ਉਹ ਕਈ ਵਾਰ ਆਪਾਂ ਕਈ ਵਾਰ ਇੱਦਾਂ ਦੇ ਲੋਕ ਦੇਖਦੇ ਹਾਂ ਕਿ ਉਹ ਬਹੁਤ ਸਾਲ ਜਿੰਨਾ ਮਰਜ਼ੀ ਉਹਨਾਂ ਦਾ ਚੰਗੀ ਹੋਈ ਜਾਵੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਪਰ ਉਹਨਾਂ ਦੀ ਮਾਨਸਿਕਤਾ ਇਹ ਬਣੀ ਹੁੰਦੀ ਆ
ना शुक्रगुजारी नो लोग मेरे को तो कुछ भी नहीं, मेरे कोई भी मेरे कोल चीज़ है नहीं कि वो होंदा ना खुश राइट। मैं मेरे को कुछ भी नहीं हैगा ना मेरे को कदे होना वा, मेरा सारा कुछ है होना नहीं गा। एंड उन्होंने कोले किन्नियां भी चीज़ां आ जान, वो ना शुक्रगुजार रहंदे आ, वो आपदी जिंदगी च खुशी नहीं कर पाउंदे गे। सो बिकॉज मानसिकता नहीं हजे बदलदी हुंदी, क्योंकि मानसिकता तो हजे भी पिछे चा, जदों उन्होंने कोल कुछ भी नहीं सीगा ਉਹੀ ਮਾਨਸਿਕਤਾ ਉਹ ਲੈ ਕੇ ਆ ਰਹੇ ਆ। ਉਹਨਾਂ ਦੇ ਐਕਸਪੀਰੀਅੰਸ, ਉਹਨਾਂ ਦੇ ਬਦਲਦੇ ਹਾਲਾਤਾਂ ਦੇ ਨਾਲ ਮਾਨਸਿਕਤਾ ਨਹੀਂ ਬਦਲਦੀ। ਐਂਡ ਇੱਥੇ ਆ ਕੇ ਫੋਰ ਐਗਜ਼ਾਮਪਲ ਅਸੀਂ ਇੰਡੀਆ ਵਾਲੀਆਂ ਜਿਹੜੀਆਂ ਕੰਟਰੀਆਂ ਦੇ ਵਿੱਚ ਰਹੇ ਹਾਂ, ਉੱਥੇ ਫਾਈਨੈਂਸ਼ੀਅਲ ਬੜੀ ਇਨਸਿਕਿਉਰਿਟੀ ਸੀ, ਉੱਥੇ ਬੜੇ ਪੈਸੇ ਦਾ ਡਰ ਲੱਗਦਾ ਸੀ ਸਾਨੂੰ, ਕਿਉਂਕਿ ਉੱਥੇ ਫਾਈਨੈਂਸ਼ੀਅਲ ਸਿਕਿਉਰ ਬਹੁਤ ਲੋਕੀ ਘੱਟ ਸੀ। ਫਿਰ ਜਦੋਂ ਇਸ ਕੰਟਰੀਆਂ ਦੇ ਵਿੱਚ ਆ ਗਏ, ਅਸੀਂ ਇੱਥੇ ਆ ਗਏ ਹਾਂ, ਅਸੀਂ ਫਾਈਨੈਂਸ਼ੀਅਲੀ ਸਿਕਿਉਰ ਹੋ ਗਏ ਹਾਂ, पर किन्ने लोग अपने चों हजे भी डरते ने पैसा स्पेंड करने वास्ते, पैसा लाउण वास्ते, शॉपिंग करने वास्ते हजे भी डरते हो। बिकॉज सानू वो चीज़, सानू पास्ट याद आ जाता। कई बार असीं कहने ना, कई लोग बहुत सूम होंदे, वो पैसा नहीं लाउंदे कि बिकॉज जिहड़ा उन्हां दा पैटर्न हुंदा, उन्हां दी मानसिक स्थिति ये हुंदी आ कि मेरे कोल पैसा है नहीं। कोई भी चीज़ थोड़े फिजिकल वर्ल्ड दे फिजिकली थोड़े कोल आ जानी दा मतलब वो आ जानी नहीं हुंदी गी, ਉਹਦਾ मतलब हुंदा मानसिकता ते हजे थोड़े रजिस्टर नहीं हुई, मानसिकता ते वो आदत थोड़े हजे नहीं बदली गई, मानसिकता ने हजे थोड़ी वो आदत नहीं बदली जिथे वो कह सके कि मेरे कोल पैसा है, मेरे कोल मनी है। फॉर एग्जाम्पल आ क्राइसिस ਨੂੰ ਕਿਵੇਂ ਰਿਐਕਟ ਕੀਤਾ, ਇਸ ਕ੍ਰਾਈਸਿਸ ਨੂੰ ਵੀ ਤੁਸੀਂ ਉੱਦਾਂ ਹੀ ਰਿਐਕਟ ਕੀਤਾ ਜਿੱਦਾਂ ਤੁਸੀਂ ਪਹਿਲਾਂ ਪ੍ਰੋਬਲਮਾਂ ਨੂੰ ਜ਼ਿੰਦਗੀ ਦੇ ਵਿੱਚ ਹੈਂਡਲ ਰਿਐਕਟ ਕਰਦੇ ਸੀ। ਕੀ ਤੁਸੀਂ ਹਰ ਪ੍ਰੋਬਲਮ ਨੂੰ ਗੁੱਸੇ ਨਾਲ ਹੈਂਡਲ ਕਰਦੇ ਹੋ, ਰਿਐਕਟ ਕਰਦੇ ਹੋ? ਕਿ ਤੁਸੀਂ ਹਰ ਪ੍ਰੋਬਲਮ ਜਦੋਂ ਤੁਹਾਡੀ ਜ਼ਿੰਦਗੀ 'ਚ ਆਉਂਦੀ ਤੁਸੀਂ ਬਲੇਮ ਕਰਦੇ ਹੋ? ਕਿ ਹਰ ਪ੍ਰੋਬਲਮ ਜਦੋਂ ਤੁਹਾਡੀ ਜ਼ਿੰਦਗੀ 'ਚ ਆਉਂਦੀ ਤੁਸੀਂ ਆਰਗਿਊ ਕਰਦੇ ਹੋ ਆਪਦੇ ਘਰਦਿਆਂ ਨਾਲ? ਕਿ ਹਰ ਪ੍ਰੋਬਲਮ ਜਦੋਂ ਤੁਹਾਡੀ ਜ਼ਿੰਦਗੀ 'ਚ ਆਉਂਦੀ ਤੁਸੀਂ ਪਛਤਾਉਂਦੇ ਹੋ? ਕਿ ਹਰ ਪ੍ਰੋਬਲਮ ਜਦੋਂ ਤੁਹਾਡੀ ਜ਼ਿੰਦਗੀ 'ਚ ਆਉਂਦੀ ਤੁਸੀਂ ਡਰ ਜਾਂਦੇ ਹੋ? ਇਹ ਤੁਹਾਡੇ ਮਾਨਸਿਕ ਪੈਟਰਨ ਆ। ਐਂਡ ਇਹ ਕ੍ਰਾਈਸਿਸ ਕੀ ਆ, ਇਹਨੇ ਸਿਰਫ ਆਦਤ ਰਿਪੀਟ ਕੀਤੀ ਆ। ਤੁਸੀਂ ਦੇਖੋ ਜਿਹੜੇ ਲੋਕ ਵਧੀਆ ਪਹਿਲਾਂ ਵੀ ਆਪਦੀ ਜਿਹੜੇ ਰਿਐਕਸ਼ਨ ਉਹਨਾਂ ਦੇ ਖੁਸ਼ ਵਾਲੇ ਸੀ, ਉਹ ਅੱਜ ਵੀ ਖੁਸ਼ੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਆਪ ਨੂੰ ਖੁਸ਼ ਰੱਖ ਰਹੇ ਨੇ। ਸੋ ਸਾਡਾ ਪੈਟਰਨ ਕੀ ਆ, ਸਾਡਾ ਮਾਨਸਿਕ ਪੈਟਰਨ ਕੀ ਆ? ਸੋ ਜਦੋਂ ਤੁਸੀਂ ਇਹ ਸਮਝ ਲਿਆ ਕਿ ਇਹ ਮੇਰੀ ਮਾਨਸਿਕਤਾ ਦਾ ਜਿਹੜਾ ਪੈਟਰਨ ਆ, ਉਹ ਅੱਜ ਦੇ ਵਿੱਚ ਲਿਆਵੋ। ਹੁਣ ਇਹ ਚੀਜ਼ ਮੇਰੇ ਕੋਲ ਹੈ, ਹੁਣ ਫੋਰ ਐਗਜ਼ਾਮਪਲ ਹੁਣ ਮੇਰੇ ਕੋਲ ਪੈਸਾ ਹੈ, ਹੁਣ ਮੇਰੇ ਕੋਲ ਫਾਈਨੈਂਸ਼ੀਅਲ ਸਿਕਿਉਰਿਟੀ ਹੈ ਰਾਈਟ ਨਾਓ। ਨੋਟ ਜਿਹੜਾ ਕੋਈ ਮੇਰੇ ਪਿੱਛੇ ਸੀ, ਨੋਟ 20 ਸਾਲ ਪਿੱਛੇ ਜਿੱਥੇ ਮੇਰਾ ਜਨਮ ਹੋਇਆ, ਨੋਟ ਜਿੱਥੇ ਮੇਰਾ ਪਾਲਣ ਪੋਸ਼ਣ ਹੋਇਆ। ਮੈਂ ਵੱਖਰੀ ਕੰਟਰੀ ਦੇ ਵਿੱਚ ਆ, ਮੈਂ ਦੇਸ਼ 'ਚ ਵੱਖਰੇ 'ਚ ਵੀ ਨਹੀਂ ਹੈਗਾ। ਰਾਈਟ ਨਾਓ ਮੇਰੇ ਕੋਲ ਫਾਈਨੈਂਸ਼ੀਅਲ ਸਿਕਿਉਰਿਟੀ ਹੈ, ਰਾਈਟ ਨਾਓ ਮੈਂ ਸਿਕਿਉਰ ਹੈ, ਰਾਈਟ ਨਾਓ ਕਿਸੇ ਨੇ ਮੇਰੇ 'ਤੇ ਚੀਟ ਨਹੀਂ ਕੀਤਾ, ਰਾਈਟ ਨਾਓ ਮੈਂ ਆਪਣੇ ਰਾਈਟ ਨਾਓ ਮੇਰਾ ਬੱਚਾ ਮੈਨੂੰ ਥਕਾਉਣ ਦੀ, ਮੈਨੂੰ ਜਾਂ ਤੰਗ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਗਾ। ਸੋ ਜਦੋਂ ਤੁਸੀਂ ਹੁਣ ਰਾਈਟ ਨਾਓ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਆਉਣਾ, ਜਦੋਂ ਵੀ ਤੁਸੀਂ ਰਿਐਕਟਿਵ ਬਣਦੇ ਹੋ। ਫੋਰ ਐਗਜ਼ਾਮਪਲ ਜਦੋਂ ਤੁਹਾਡਾ ਹਸਬੈਂਡ ਜਾਂ ਬੱਚਾ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡਾ ਕੰਮ ਵਧਾ ਦਿਆ, ਰਾਈਟ ਨਾਓ, ਕਿਉਂਕਿ ਹੁਣ ਦੇ ਵਿੱਚ ਦੁੱਖ ਨਹੀਂ ਹੈਗਾ। ਦੁੱਖ ਸਿਰਫ ਪਾਸਟ ਦੇ ਵਿੱਚ ਸੀਗਾ, ਜਿਹੜੇ ਅਸੀਂ ਮਾਨਸਿਕ ਆਦਤਾਂ ਉਸ ਪਾਸਟ ਤੋਂ ਚੱਕੀ ਆਉਣੇ ਆ। ਥੈਂਕ ਯੂ ਐਵਰੀਵਨ। ਹਾਂਜੀ, ਜਿਹੜੀਆਂ ਕਿ ਅਸੀਂ ਮਾਨਸਿਕ ਆਦਤਾਂ ਉੱਥੋਂ ਚੱਕੀ ਆਉਣੀਆਂ, ਅਸੀਂ ਜਿੰਨਾ ਚਿਰ ਆਪਦੀਆਂ ਅਸਲੀ ਜਿਹੜੀ ਗਰੋਥ ਆ, ਅਸਲੀ ਵੱਡੇ ਹੋਣ ਦਾ ਮਤਲਬ ਇਹ ਆ ਕਿ ਸਾਡੇ ਵਿੱਚ ਸਾਡੀਆਂ ਆਦਤਾਂ ਬਦਲਣ, ਅਪਡੇਟ ਹੋਣ, ਗਰੋਥ ਹੋਣ। ਫੋਰ ਐਗਜ਼ਾਮਪਲ ਜੇ ਤੁਸੀਂ ਕੰਪਿਊਟਰ ਇੰਜੀਨੀਅਰ ਵੇਖੇ ਹੋਣਗੇ ਜਾਂ ਕੰਪਿਊਟਰ ਸਿਸਟਮ ਜਿਹੜੇ ਪ੍ਰੋਗਰਾਮ ਕਰਦੇ ਉਹ ਦੇਖੇ ਹੋਣਗੇ, ਉਹ ਲੋਕ ਉਹੀ ਸਿਸਟਮ ਨਹੀਂ ਵਰਤ ਸਕਦੇ ਜਿਹੜੇ ਉਹਨਾਂ ਨੇ 20 ਸਾਲ ਜਾਂ 10 ਸਾਲ ਪਹਿਲਾਂ ਵਰਤਿਆ ਸੀਗਾ। ਉਹ ਅਪਡੇਟ ਕਰਦੇ ਆ। ਸੋ ਸਹੀ ਪਾਲਣ ਪੋਸ਼ਣ ਦਾ ਮਤਲਬ ਆ, ਸਹੀ ਗਰੋਥ ਦਾ ਮਤਲਬ ਆ, ਸਹੀ ਵੱਡੇ ਹੋਣ ਦਾ ਮਤਲਬ ਆ ਕਿ ਸਾਡੀਆਂ ਆਦਤਾਂ ਵੀ ਬਦਲਣ, ਸਾਡੀਆਂ ਮਾਨਸਿਕ ਆਦਤਾਂ ਵੀ ਅਪਡੇਟ ਹੋਣ। ਜੇ ਆਦਤ ਮੇਰੀ 10 ਸਾਲ ਦੀ ਜਦੋਂ ਮੈਂ ਸੀ ਉਦੋਂ ਵੀ ਮੇਰੀ ਆਦਤ ਇਹ ਸੀ, ਅਤੇ ਜੇ ਅੱਜ ਮੈਂ 35 ਸਾਲ ਦੀ ਹਾਂ ਤਾਂ ਵੀ ਮੇਰੀ ਆਦਤ ਇਹ ਆ, ਅਤੇ ਜੇ ਕੱਲ੍ਹ ਨੂੰ ਮੈਂ 60 ਸਾਲ ਦੀ ਹੋ ਗਈ ਤਾਂ ਵੀ ਮੇਰੀ ਆਦਤ ਇਹ ਆ। ਇਹਦਾ ਮਤਲਬ ਇਹ ਹੈ ਕਿ ਮੇਰੀ ਆਦਤ ਨਹੀਂ ਬਦਲੀ ਅਤੇ ਮੈਂ ਵੱਡੀ ਨਹੀਂ ਹੋਈ। ਐਂਡ ਇਸੇ ਕਰਕੇ ਜਦੋਂ ਤੁਸੀਂ ਵੱਡੇ ਆਪਾਂ ਮੋਸਟਲੀ ਜਦੋਂ ਮੈਂ ਪੇਰੈਂਟਿੰਗ ਸੈਸ਼ਨਸ ਵੀ ਕਰਦੀ ਹਾਂ ਜਾਂ ਮੈਂ ਕਾਉਂਸਲਿੰਗ ਸੈਸ਼ਨਸ ਕਰਦੀ ਹਾਂ, ਅਤੇ ਅਡਲਟ ਨਹੀਂ ਅਸੀਂ ਅਡਲਟ ਹੁੰਦੇ, ਹੁਣ ਪ੍ਰੋਬਲਮ ਪੈ ਜੇ ਅਸੀਂ ਤਾਂ ਬੱਚਿਆਂ ਵਾਂਗੂ ਰਿਐਕਟ ਕਰਦੇ ਹਾਂ, ਅਸੀਂ ਤਾਂ ਬੱਚਿਆਂ ਵਾਂਗੂ ਬਲੇਮ ਕਰਦੇ ਹਾਂ, ਅਸੀਂ ਤਾਂ ਬੱਚਿਆਂ ਵਾਂਗੂ ਬਣ ਜਾਂਦੇ, ਮੇਰਾ ਕੀ ਬਣੂਗਾ, ਅਸੀਂ ਤਾਂ ਬੱਚਿਆਂ ਵਾਂਗੂ ਡਰ ਜਾਂਦੇ ਹਾਂ। ਬਿਕੋਜ਼ ਉਹ ਜਿਹੜੇ 5-7 ਸਾਲ ਦੇ ਬੱਚੇ ਸੀ, ਜਿਹੜੇ ਅਸੀਂ ਪਹਿਲਾਂ ਸੀ, ਉਹ ਮਾਨਸਿਕ ਆਦਤਾਂ ਨਹੀਂ ਸਾਡੀਆਂ ਬਦਲਦੀਆਂ, ਮਾਨਸਿਕ ਆਦਤਾਂ ਤਾਂ ਅਸੀਂ ਅੱਜ ਵੀ ਉਹੀ ਹਾਂ। ਸੋ ਸਾਡੇ ਵਿੱਚ ਗਰੋਥ ਉਹਨਾਂ ਚਿਕ ਨਹੀਂ ਆ ਸਕਦੀ, ਅਸੀਂ ਵੱਡੇ ਆਪਦੀ ਲਾਈਫ ਦੇ ਵਿੱਚ ਉਹਨਾਂ ਚਿਕ ਨਹੀਂ ਹੋ ਸਕਦੇ। ਜਸਟ ਬਿਕੋਜ਼ ਮੈਂ ਆਮ ਸੈਸ਼ਨਸ ਦੇ ਵਿੱਚ ਕਹਿੰਦੀ ਹੁੰਦੀ, ਜਸਟ ਬਿਕੋਜ਼ ਜੇ ਕੋਈ 30 ਸਾਲ ਦਾ ਵਾ, ਜਸਟ ਬਿਕੋਜ਼ ਜੇ ਕੋਈ 40 ਸਾਲ ਦਾ, ਉਹਨੂੰ ਤੁਸੀਂ ਵੱਡਾ ਨਾ
ਸਮਝ ਲਿਓ। ਐਂਡ ਜਸਟ ਬਿਕਾਜ਼ ਜੇ ਕੋਈ 25 ਸਾਲ ਦਾ ਜਾਂ 60 ਸਾਲ ਦਾ ਤੁਸੀਂ ਉਹਨੂੰ ਵੱਡਾ ਸਮਝ ਲਓ, ਵੱਡੇ ਅਸੀਂ ਉਦੋਂ ਹੁੰਦੇ ਜਦੋਂ ਸਾਡੀ ਮਾਨਸਿਕਤਾ ਵੱਡੀ ਹੁੰਦੀ ਆ, ਜਦੋਂ ਅਸੀਂ ਮਾਨਸਿਕਤਾ ਦੇ ਨਾਲ ਰੋਜ਼ ਸਿੱਖਦੇ ਹਾਂ, ਮਾਨਸਿਕਤਾ ਨੂੰ ਗਰੋ ਕਰਦੇ ਹਾਂ। ਸੋ ਅਸੀਂ ਆਪਦੇ ਆਪ 'ਚ ਕਿਹੜੀ ਮਾਨਸਿਕਤਾ, ਫੋਰ ਐਗਜ਼ਾਮਪਲ ਪਹਿਲਾਂ ਤਾਂ ਇਹ ਦੇਖੋ ਕਿ ਇਹ ਪੈਟਰਨ ਸ਼ਾਇਦ ਜਿਹੜੀ ਅਸੀਂ ਆਦਤਾਂ, ਇਹ ਸ਼ਾਇਦ 15 ਸਾਲ ਤੁਹਾਡੀਆਂ ਪਹਿਲਾਂ ਚੱਲ ਰਹੀਆਂ, 20 ਸਾਲ ਪਹਿਲਾਂ ਤੁਸੀਂ ਆਦਤਾਂ ਚੱਕੀ ਫਿਰਦੇ ਆ, 5 ਸਾਲ ਦੀਆਂ ਆਦਤਾਂ, ਐਂਡ ਇਟਸ ਓਕੇ। ਬਹੁਤ ਸਾਰੇ ਪੈਟਰਨ ਮੇਰੇ ਵੀ ਮਾਨਸਿਕ ਪੈਟਰਨ ਆ ਜਿਹੜੇ ਅੱਜ ਵੀ ਮੈਂ ਆਪਦੇ ਨਾਲ ਚੱਕੀ ਫਿਰਦੀ ਹਾਂ, ਜਿਹੜੇ ਅੱਜ ਵੀ ਫੋਰ ਐਗਜ਼ਾਮਪਲ ਮੇਰਾ ਇੱਕ ਪੈਟਰਨ ਆ ਕਿ ਮੈਂ ਵਰਕਹੋਲਿਕ ਹਾਂ, ਮੈਂ ਕੰਮ ਬਹੁਤ ਜ਼ਿਆਦਾ, ਮੈਨੂੰ ਪਤਾ ਨਹੀਂ ਲੱਗਦਾ ਗਾ ਕਿ ਮੈਂ ਆਪਦਾ ਸਟੋਪ ਕਿੱਥੇ ਕਰਨਾ ਵਾ। ਐਂਡ ਮੈਂ ਇੰਨਾ ਮਿਹਨਤ ਕੰਮ ਕਰਦੀ ਹਾਂ ਨੇ, ਕਈ ਵਾਰ ਕਾਉਂਸਲਿੰਗ ਸੈਸ਼ਨਸ ਮੈਂ ਬਹੁਤ ਜ਼ਿਆਦਾ ਕਰ ਲੈਂਦੀ ਐਂਡ ਆਪਦੇ ਆਪ ਨੂੰ ਐਗਜ਼ੌਸਟ ਕਰ ਲੈਂਦੀ ਹਾਂ, ਕਿਉਂਕਿ ਮੇਰਾ ਮਾਨਸਿਕ ਜਿਹੜੀ ਮੇਰੀ ਮਾਨਸਿਕ ਜਿਹੜੀ ਆਦਤ ਆ, ਮੇਰੀ ਮਾਨਸਿਕ ਆਦਤ ਬਣੀ ਵੀ ਆ ਕਿ ਮੈਂ ਆਪਦੇ ਆਪ ਨਾਲ ਕੰਮ ਨਾਲ ਆਪਦੇ ਆਪ ਨੂੰ ਖੁਸ਼ ਕਰਨਾ ਵਾ। ਕਿਉਂਕਿ ਮੈਨੂੰ ਮੇਰੇ ਥੱਲੇ ਉਹਦਾ ਜ਼ਖਮ ਕੀ ਆ, ਮੇਰਾ ਜ਼ਖਮ ਇਹ ਆ ਕਿ ਜੇ ਮੈਂ ਕੰਮ ਨਹੀਂ ਕਰੂੰ ਮੈਂ ਤਾਂ ਬੇਕਾਰ ਆ, ਬਿਕਾਜ਼ ਮੈਂ ਉਸ ਕਲਚਰ, ਉਸ ਸੋਸਾਇਟੀ, ਆਪਾਂ ਕਲਚਰ ਅਤੇ ਸੋਸਾਇਟੀ ਨੂੰ ਹੁਣ ਬਲੇਮ ਕਰਦੇ ਨੇ, ਮੈਂ ਉਸ ਕਲਚਰ, ਉਸ ਸੋਸਾਇਟੀ 'ਚ ਆਉਣੀ ਆ ਕਿ ਜਿਹੜਾ ਇਨਸਾਨ ਕੰਮ ਨਹੀਂ ਕਰਦਾ ਉਹਨੂੰ ਆਪਾਂ ਬੇਕਾਰ ਸਮਝਦੇ ਹਾਂ। ਪਰ ਮੈਂ ਉਸ ਪੈਟਰਨ ਨੂੰ ਬਹੁਤ ਐਕਸਟ੍ਰੀਮ ਤੱਕ ਲੈ ਗਈ, ਵਿਚ ਮੀਨਸ ਕਿ ਮੈਂ ਵਰਕਹੋਲਿਕ, ਮੈਂ ਹਰ ਵੇਲੇ ਮੈਨੂੰ ਆਪਦੇ ਮੇਰੀ ਫੈਮਿਲੀ ਨੂੰ ਮੈਨੂੰ ਸਟੋਪ ਕਰਨਾ ਪੈਂਦਾ ਕਈ ਵਾਰ ਕਿ ਦੈਟਸ ਇਟ, ਹੁਣ ਇਹ ਤੋਂ ਬਾਅਦ ਕਾਉਂਸਲਿੰਗ ਨਹੀਂ ਕਰ ਸਕਦੀ, ਇਹ ਤੋਂ ਬਾਅਦ ਆਵਰਸ ਨਹੀਂ ਆਪਾਂ ਕਾਉਂਸਲਿੰਗ ਕਰ ਸਕਦੇਗੇ, ਬਿਕਾਜ਼ ਮੈਂ ਬਹੁਤ ਜ਼ਿਆਦਾ ਵਰਕਹੋਲਿਕ ਹੋ ਸਕਦੀ ਹਾਂ। ਸੋ ਇਹ ਮੇਰਾ ਪੈਟਰਨ ਆ ਕਿ ਮੈਂ ਆਪਦੀ ਬੋਡੀ ਜਾਂ ਮੈਂ ਆਪਦੇ ਸਕੈਜੂਲ ਨੂੰ ਮੈਂ ਪ੍ਰੋਪਰਲੀ ਉਹਨੂੰ ਦੇਖਦੀ ਨਹੀਂ, ਐਂਡ ਮੈਂ ਕੰਮ ਕਰੀ ਜਾਂਦੀ। ਸੋ ਤੁਹਾਡਾ ਮਾਨਸਿਕ, ਐਂਡ ਬਹੁਤ ਸਾਰੇ ਲੋਕ ਆ ਜਿਨ੍ਹਾਂ ਨਾਲ ਮੈਂ ਕਾਉਂਸਲਿੰਗ ਵੀ ਕੀਤੀ, ਉਹਨਾਂ ਦਾ ਵੀ ਇਹ ਪੈਟਰਨ ਆ ਕਿ ਉਹ ਆਪਦੇ ਆਪ 'ਚ ਇੱਕ ਕੰਮ ਬਹੁਤ ਜ਼ਿਆਦਾ ਕਰਦੇ ਹਨ, ਉੱਥੋਂ ਤੱਕ ਕਰ ਦਿੰਦੇ ਜਿੱਥੋਂ ਤੱਕ ਉਹਨਾਂ ਦੀ ਬੋਡੀ ਓਵਰਵੈਲਮਡ ਹੋ ਜਾਂਦੀ ਆ। ਬਿਕਾਜ਼ ਅਸੀਂ ਆਪਣੇ ਆਪ ਨੂੰ ਖੁਸ਼ੀ ਜਿਹੜੀ ਸਾਡੇ ਅਸੀਂ ਇੰਪੋਰਟੈਂਟ ਬਣ ਸਕੀਏ ਅਤੇ ਅਸੀਂ ਉਸ ਕੰਮ ਦੁਆਰਾ ਇੰਪੋਰਟੈਂਟ ਬਣਦੇ ਹਾਂ। ਸੋ ਜ਼ਖਮ ਤਾਂ ਅੰਦਰੋਂ ਉਹ ਆ ਕਿ ਮੈਂ ਬੇਕਾਰ ਹੋ ਜਾਊਂਗਾ, ਡਰ ਤਾਂ ਉਹ ਆ ਕਿ ਮੈਂ ਬੇਕਾਰ ਹੋ ਜਾਊਂਗਾ, ਪਰ ਜਦੋਂ ਅਸੀਂ ਉਹਦੇ ਉੱਪਰ ਪੈਟਰਨ, ਉਹਦੇ ਉੱਪਰ ਉਹ ਪਾਤੇ ਕਿ ਅਸੀਂ ਵਰਕਹੋਲਿਕ ਬਣ ਜਾਣਾ ਵਾ, ਅਸੀਂ ਕੰਮ ਵੱਧ ਤੋਂ ਵੱਧ ਕਰਨਾ ਤਾਂ ਜੋ ਅਸੀਂ ਆਪਦੇ ਅੰਦਰ ਨੂੰ ਖੁਸ਼ ਨੂੰ ਮਹਿਸੂਸ ਕਰ ਸਕੀਏ। ਸੋ ਸਾਡੇ ਇਵੇਂ ਤੁਹਾਡੇ ਸਾਰਿਆਂ ਦੇ ਆਪਣੇ ਸਾਰਿਆਂ ਦੇ ਪੈਟਰਨ, ਆਦਤਾਂ ਵਾ, ਜਸਟ ਬਿਕਾਜ਼ ਅਸੀਂ 15 ਸਾਲ ਇੱਕ ਮਾਨਸਿਕ ਆਦਤ ਯੂਜ਼ ਕੀਤੀ ਡਜ਼ਨਟ ਮੀਨ ਅਸੀਂ ਉਹਨੂੰ ਛੱਡ ਨਹੀਂ ਸਕਦੇ। ਕਈ ਵਾਰ ਅਸੀਂ ਕਹਿੰਦੇ ਨਾ ਕਿ ਇਹ ਆਦਤ ਤਾਂ ਬਹੁਤ ਪੁਰਾਣੀ ਹੈ, ਇਹ ਨਹੀਂ ਆਦਤ ਮੈਥੋਂ ਛੁੱਟਣੀ ਹੁਣ, ਪਰ ਆਦਤ ਅਸੀਂ ਐਨੀ ਟਾਈਮ ਛੱਡ ਸਕਦੇ। ਸੋ ਸਭ ਤੋਂ ਪਹਿਲਾਂ ਤਾਂ ਆਪਦੇ ਆਪ 'ਚ ਇਹ ਚੀਜ਼ ਨੂੰ ਅਵੇਅਰ ਬਣੋ ਕਿ ਇਹ ਆਦਤ ਮੇਰੀ 25 ਸਾਲ ਪੁਰਾਣੀ ਵੀ ਹੋ ਸਕਦੀ, ਇਹ ਆਦਤ ਮੇਰੀ 30 ਸਾਲ ਪੁਰਾਣੀ ਵੀ ਹੋ ਸਕਦੀ ਆ, ਇਹ ਆਦਤ ਮੇਰੀ 5 ਸਾਲ ਪੁਰਾਣੀ ਵੀ ਹੋ ਸਕਦੀ, ਅਤੇ ਮੈਂ ਇਹ ਆਦਤ ਨੂੰ ਛੱਡ ਸਕਦਾ ਵਾਂ। ਐਂਡ ਇਟਸ ਓਕੇ ਜੇ ਤੁਹਾਡਾ ਪੈਟਰਨ ਸੀ, ਇਟਸ ਓਕੇ। ਆਪਦੇ ਆਪ ਨੂੰ ਬਲੇਮ ਨਹੀਂ ਕਰਨਾ, ਆਪਦੇ ਆਪ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ। ਐਂਡ ਦੇਖੋ ਇੱਕ ਇਹ ਵੀ ਪੈਟਰਨ ਹੋ ਸਕਦਾ, ਮਾਨਸਿਕ ਆਦਤ, ਹਰ ਵੇਲੇ ਆਪਦੇ ਆਪ 'ਚ ਕਮੀਆਂ ਲੱਭਣੀਆਂ, ਹਰ ਵੇਲੇ ਦੂਸਰਿਆਂ ਦੇ ਵਿੱਚ ਕਮੀਆਂ ਲੱਭਣੀਆਂ, ਹਰ ਵੇਲੇ ਕਿਸੇ ਦੂਸਰਿਆਂ ਦੀ ਚੁਗਲੀ ਕਰਨੀ, ਹਰ ਵੇਲੇ ਆਪਦੀ ਚੁਗਲੀ ਕਰਨੀ, ਇਹ ਵੀ ਪੈਟਰਨ ਆ। ਹਰ ਵੇਲੇ ਆਪਦੇ ਵਿੱਚ ਵੀ ਕਮੀਆਂ ਅਤੇ ਦੂਸਰਿਆਂ ਵਿੱਚ ਵੀ ਕਮੀਆਂ ਦੇਖਣੀਆਂ, ਹਰ ਵੇਲੇ ਘਰ ਦੇ ਵਿੱਚ ਕੋਈ ਨਾ ਕੋਈ ਘਾਟ ਮਹਿਸੂਸ ਕਰਨੀ ਵੀ ਇੱਥੇ ਵੀ ਆਹ ਕੁਛ ਹੈ, ਬਿਕਾਜ਼ ਅਸੀਂ ਕ੍ਰਿਟੀਸਾਈਜ਼, ਇਹ ਵੀ ਸਾਡੀ ਮਾਨਸਿਕ ਕਮੀ ਆ। ਸੋ ਰਾਈਟ ਨਾਓ ਆਪਦੇ ਆਪ ਨੂੰ ਇਸ ਦਮ ਦੇ, ਇਸ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਲਿਆਉਣਾ ਕਿ ਰਾਈਟ ਨਾਓ, ਐਂਡ ਕੋਈ ਵੀ ਆਦਤ ਜਦੋਂ ਤੁਹਾਡੀ ਛੁੱਟੂਗੀ ਉਹ ਇੱਕ ਦਮ ਦੇ ਵਿੱਚ ਆ ਕੇ ਛੁੱਟੂਗੀ, ਇੱਕ ਮੂਮੈਂਟ ਦੇ ਵਿੱਚ ਆ ਕੇ ਛੁੱਟੂਗੀ, ਰਾਈਟ ਨਾਓ। ਸੋ ਫੋਰ ਐਗਜ਼ਾਮਪਲ ਰਾਈਟ ਨਾਓ ਬਹੁਤ ਹੁਣ ਦੇ ਵਿੱਚ ਬਹੁਤ ਘੱਟ ਦੁੱਖ ਆ, ਹੁਣ ਦੇ ਵਿੱਚ ਦੁੱਖ ਨਹੀਂ ਹੈਗਾ ਗਾ, ਹੁਣ ਦੇ ਵਿੱਚ ਕੋਈ ਦੁੱਖ ਨਹੀਂ ਹੈਗਾ ਗਾ। ਦੁੱਖ ਸਾਡੇ ਹਮੇਸ਼ਾ ਜਾਂ ਪਿੱਛੇ 'ਚ ਹੁੰਦਾ ਜਾਂ ਸਾਡੇ ਮੂਹਰ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਦੁੱਖ ਲੱਗਦਾ ਵਾ। ਸੋ ਜਦੋਂ ਵੀ ਕੋਈ ਫੋਰ ਐਗਜ਼ਾਮਪਲ ਇੱਕ ਬਲੇਮ, ਮੈਂ ਆਪਣੇ ਫੋਰ ਐਗਜ਼ਾਮਪਲ ਇੱਕ ਐਗਜ਼ਾਮਪਲ ਆ ਆਪਣੇ ਬੱਚੇ ਨੂੰ, ਜਦੋਂ ਵੀ ਤੁਹਾਡਾ ਬੱਚਾ ਕੋਈ ਚੀਜ਼ ਤੋੜਦਾ ਤੁਸੀਂ ਹਮੇਸ਼ਾ ਰਿਐਕਟ ਗੁੱਸੇ ਨਾਲ ਕਰਦੇ ਆ, ਜਾਂ ਕੋਈ ਵੀ ਚੀਜ਼ ਉਹ ਚੱਕ ਕੇ ਪਾਸੇ ਰੱਖਦਾ ਜਿਹੜੀ ਤੁਹਾਡੇ ਏਜੰਡੇ ਤੋਂ ਬਹੁਤ ਪਾਸੇ ਸੀ, ਐਂਡ ਹਮੇਸ਼ਾ ਗੁੱਸੇ ਨਾਲ, ਇਹ ਤੁਹਾਡਾ ਮਾਨਸਿਕ ਆਦਤ ਆ, ਇਹ ਤੁਹਾਡਾ ਪੈਟਰਨ ਆ। ਹਰ ਵੇਲੇ ਤੋਂ ਜਦੋਂ ਤੁਹਾਡਾ ਬੱਚਾ ਕੋਈ ਚੀਜ਼ ਤੋੜਦਾ ਤੁਸੀਂ ਗੁੱਸੇ ਨਾਲ ਉੱਚੀ ਦੇਣੇ ਉਹਨੂੰ ਬੋਲਦੇ ਹੋ। ਐਂਡ ਇੱਥੇ ਰਾਈਟ ਨਾਓ, ਹੁਣ ਜਦੋਂ ਬੱਚੇ ਨੇ ਤੁਹਾਡੇ ਨੇ ਚੀਜ਼ ਤੋੜੀ, ਰਾਈਟ ਨਾਓ, ਅਤੇ ਤੁਸੀਂ ਕਾਮ ਵੀ ਰਹਿ ਸਕਦੇ ਹੋ ਰਾਈਟ ਨਾਓ, ਕਿਉਂਕਿ ਕੋਈ ਨਹੀਂ, ਇਟਸ ਓਕੇ, ਚੀਜ਼ ਟੁੱਟੀ ਆ, ਮੈਂ ਡਰ ਦੇ ਵਿੱਚ ਨਹੀਂ ਜਾਣਾ, ਮੈਂ ਆਪਦੀ ਆਦਤ ਵਿੱਚ ਨਹੀਂ ਜਾਣਾ, ਇਟਸ ਓਕੇ ਐਂਡ ਕਈ ਵਾਰ ਮੈਨੂੰ ਪਤਾ ਕਿ ਜਦੋਂ ਮੈਂ ਬਹੁਤ ਐਂਕਸ਼ੀਅਸ ਹੁੰਦੀ ਹਾਂ ਜਾਂ ਮੈਂ ਬਹੁਤ ਸਟਰੈਸ 'ਚ ਹੁੰਦੀ ਹਾਂ, ਮੇਰੀ ਟੋਨ ਆਫ ਵੋਇਸ ਉੱਪਰ ਚਲੀ ਜਾਂਦੀ, ਮੈਂ ਆਵਾਜ਼ ਮੇਰੀ ਉੱਚੀ ਹੋ ਜਾਂਦੀ ਆਪਦੇ ਆਪ। ਇਹ ਮੇਰਾ ਪੈਟਰਨ ਆ, ਇਹ ਮੇਰਾ ਮਾਨਸਿਕ ਆਦਤ ਆ ਕਿ ਮੇਰੀ ਟੋਨ ਆਫ ਵੋਇਸ ਉੱਚੀ ਹੋ ਜਾਂਦੀ ਆ। ਫਿਰ ਉਸੇ ਟਾਈਮ ਇੱਕ ਮੂਮੈਂਟ ਦੇ ਵਿੱਚ ਤੁਸੀਂ ਆਪਦੇ ਆਪ ਨੂੰ ਲਿਆਉਣਾ ਵਾ ਐਂਡ ਕਹਿਣਾ ਕਿ ਮੈਂ ਹੁਣ ਠੀਕ ਹਾਂ,
ਰਾਈਟ ਨਾਓ ਮੇਰੇ ਕੋਲ ਪੈਸਾ ਘੱਟ ਨਹੀਂ ਹੈਗਾ, ਰਾਈਟ ਨਾਓ ਮੇਰਾ ਬੱਚੇ ਨੇ ਬਾਹਰ ਘਰ ਨਹੀਂ ਤੋੜਿਆਗਾ, ਇੱਕ ਗਲਾਸ ਹੀ ਤੋੜਿਆ, ਰਾਈਟ ਨਾਓ। ਐਂਡ ਦੈਟ ਡਜ਼ ਨਾਟ ਮੀਨ ਕਿ ਤੁਸੀਂ ਆਪਣੇ ਬੱਚੇ ਨੂੰ ਸਿਖਾ ਨਹੀਂ ਸਕਦੇ, ਇਨਕਰਜ ਨਹੀਂ ਕਰ ਸਕਦੇ ਹੋ, ਪਰ ਉਸ ਰਿਐਕਸ਼ਨ 'ਚੋਂ ਨਹੀਂ, ਪਰ ਉਸ ਗੁੱਸੇ 'ਚੋਂ ਨਹੀਂ। ਸੋ ਐਵਰੀ ਟਾਈਮ ਜੇ ਤੁਹਾਡਾ ਬੱਚਾ ਕੋਈ ਗਲਾਸ ਤੋੜਦਾ ਅਤੇ ਤੁਸੀਂ ਉਹਨੂੰ ਸ਼ਾਂਤੀ ਨਾਲ ਐਕਸੈਪਟ ਕਰ ਸਕੋ ਐਂਡ ਸ਼ਾਂਤੀ ਨਾਲ ਉਹਨੂੰ ਇਨਕਰਜ ਅਤੇ ਸਮਝਾ ਸਕੋ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡਾ ਲੈਸਨ ਮੱਚ ਲੌਂਗਰ ਜਾਓ। ਐਵਰੀ ਟਾਈਮ ਤੁਹਾਡਾ ਪਾਰਟਨਰ ਤੁਹਾਡੇ 'ਚ ਗਲਤੀ ਕਰਦਾ, ਤੁਹਾਨੂੰ ਕ੍ਰਿਟੀਸਾਈਜ਼ ਕਰਦਾ ਵਾ ਵਿਦਆਊਟ ਰਿਐਕਟ ਕੀਤੇ ਹੋਏ, ਵਿਦਆਊਟ ਗੁੱਸੇ ਦੇ ਵਿੱਚ, ਆਪਦੇ ਆਪ 'ਚ ਅਵੇਅਰ ਬਣੋ ਕਿ ਹਰ ਟਾਈਮ ਜਦੋਂ ਮੇਰਾ ਪਾਰਟਨਰ ਮੈਨੂੰ ਕ੍ਰਿਟੀਸਾਈਜ਼ ਕਰਦਾ, ਮੇਰੇ ਬਾਰੇ ਕੁਝ ਗਲਤ ਕਹਿੰਦਾ ਜਾਂ ਮੇਰੇ ਬਾਰੇ ਕੁਝ ਮੈਨੂੰ ਘਾਟ ਦਿਖਾਉਂਦਾ ਕਿ ਇੱਥੇ ਤੇਰੇ 'ਚ ਬਦਲਾਵ ਕਰਨ ਵਾਲਾ ਵਾ, ਮੈਂ ਕਿਵੇਂ ਰਿਐਕਟ ਕਰਦੀ, ਕਿ ਮੈਂ ਗੁੱਸੇ ਨਾਲ ਰਿਐਕਟ ਕਰਦੀ ਹਾਂ ਜਾਂ ਕਰਦਾ, ਕਿ ਮੈਂ ਬਲੇਮ ਨਾਲ ਰਿਐਕਟ ਕਰਦਾ। ਨੋਰਮਲੀ ਜਦੋਂ ਆਪਾਂ ਨੂੰ ਕਹਿੰਦੇ, ਆਪਾਂ ਉਹਨਾਂ ਨੂੰ ਕਹਿੰਦੇ ਹਾਂ ਕਿ ਨਹੀਂ ਆਪਣੇ ਵੱਲ ਵੀ ਵੇਖ, ਤੁਸੀਂ ਵੀ ਫਲਾਣੇ ਟਾਈਮ 'ਤੇ ਇਹ ਚੀਜ਼ ਕੀਤੀ ਸੀ। ਇਹ ਸਾਡਾ ਪੈਟਰਨ ਆ। ਜਦੋਂ ਸਾਨੂੰ ਸਾਡੇ ਬਾਰੇ ਕੋਈ ਦੱਸਦਾ ਵਾ, ਅਸੀਂ ਉਹਦੇ ਘਾਟਾ ਮਹਿਸੂਸ ਕਰਵਾਉਣ ਲੱਗ ਜਾਂਦੇ ਹਾਂ। ਐਂਡ ਰਿਲੇਸ਼ਨਸ਼ਿਪ ਦੇ ਵਿੱਚ ਤਾਂ ਬਹੁਤ ਵੱਡਾ ਪੈਟਰਨ ਆ। ਸੋ ਆਪਦੇ ਆਪ ਦੇ ਵਿੱਚ ਕਰਨਾ ਕਿ ਰਾਈਟ ਨਾਓ, ਜੇ ਮੈਨੂੰ ਮੇਰਾ ਪਾਰਟਨਰ ਕੁਝ ਕਹਿ ਰਿਹਾ, ਰਾਈਟ ਨਾਓ ਇਟਸ ਓਕੇ, ਮੈਂ ਡੇਂਜਰ 'ਚ ਨਹੀਂ ਹੈਗੀ। ਜੇ ਮੈਨੂੰ ਕਹਿ ਰਿਹਾ ਕਿ ਤੁਸੀਂ ਬਹੁਤ ਵਧੀਆ ਕੁੱਕ ਨਹੀਂ ਗੇ, ਜਾਂ ਮੇਰਾ ਬੱਚਾ ਮੈਨੂੰ ਕਹਿ ਰਿਹਾ ਵਾ ਕਿ ਮਮ ਆਈ ਡੋਂਟ ਲਵ ਯੂ, ਜੇ ਮੇਰਾ ਬੱਚਾ ਕਹਿ ਰਿਹਾ ਕਿ ਮੈਂ ਤੇਰੀ ਗੱਲ ਨਹੀਂ ਸੁਣਨੀ, ਰਾਈਟ ਨਾਓ ਦੇ ਵਿੱਚ ਕੋਈ ਦੁੱਖ ਨਹੀਂ, ਮੈਂ ਐਕਸੈਪਟ ਕਰ ਸਕਦਾ। ਐਂਡ ਮੈਂ ਇਹਨੂੰ ਰਿਐਕਟ ਕਿਵੇਂ ਕਰਨਾ ਵਾ। ਅਸੀਂ ਬਹੁਤ ਸੋਚਦੇ ਹਾਂ ਕਿ ਲੋਕ ਸਾਨੂੰ ਗੁੱਸਾ ਦਿਵਾਉਂਦੇ ਆ, ਲੋਕ ਸਾਨੂੰ ਮਜਬੂਰ ਕਰਦੇ ਆ, ਲੋਕ ਸਾਡਾ ਫਾਇਦਾ ਉਠਾਉਂਦੇ ਆ, ਲੋਕ ਨਹੀਂ ਸਾਨੂੰ ਚੰਗਾ ਸਮਝਦੇ, ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬਾਹਰ ਵੇਖਦੇ ਹਾਂ ਨਾ, ਉਹ ਸਾਡੇ ਅੰਦਰ ਆ। ਐਂਡ ਉਹ ਅੰਦਰ ਅਸੀਂ ਉਹ ਚੀਜ਼ਾਂ ਵੇਖਣੀਆਂ ਵਾ, ਇੱਕ ਇੱਕ ਕਰਕੇ ਸਾਨੂੰ ਅੰਦਰੋਂ ਵੇਖਣਾ। ਜੇ ਜਦੋਂ ਸਾਡੇ ਰਿਐਕਸ਼ਨ ਬਦਲਣਗੇ, ਮੂਹਰਲੇ ਵਾਲੇ ਇਨਸਾਨ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹ ਵੀ ਸਿਚੁਏਸ਼ਨ ਬਦਲਣਗੇ, ਉਹਨਾਂ ਦੀ ਵੀ ਜਿਵੇਂ ਉਹ ਰਿਸੀਵ ਕਰਦੇ ਉਹ ਬਦਲਣਗੇ। ਸੋ ਹੁੰਦਾ ਕਿ ਅਸੀਂ ਕਹਿੰਦੇ ਹਰ ਵੇਲੇ ਸਾਡੇ ਨਾਲ ਆਹੀ ਚੀਜ਼ ਹੋਈ ਆ, ਬਿਕਾਜ਼ ਹਰ ਵੇਲੇ ਅਸੀਂ ਵੀ ਤਾਂ ਆਪਦੇ ਮੂੰਹ ਦੇ ਵਿੱਚ ਉਹੀ ਸ਼ਬਦ ਕੱਢੇ ਆ, ਹਰ ਵੇਲੇ ਅਸੀਂ ਵੀ ਤਾਂ ਕੋਈ ਸਾਡੀਆਂ ਨਵੀਆਂ ਸੋਚਾਂ ਨਹੀਂ, ਰੋਜ਼ ਸਾਡੀਆਂ ਉਹੀ ਸੋਚਾਂ ਹੁੰਦੀਆਂ ਵਾ, ਕੋਈ ਅਸੀਂ ਨਵੀਂ ਸੋਚ ਨਹੀਂ ਸੋਚਦੇ ਗੇ ਆਪਦੀ ਲਾਈਫ ਦੇ ਵਿੱਚ। ਰੋਜ਼ ਸਾਡੇ ਟੇਪ ਇੱਥੇ ਰਿਕਾਰਡ ਆ, ਜਿਹੜੀ ਕਿ ਸਾਲਾਂ ਬੱਧੀ ਰਿਕਾਰਡ ਆ, ਉਹ ਅਸੀਂ ਪਲੇ ਨੱਪ ਦਿੰਦੇ ਬਟਨ, ਰਿਵਰਸ ਕਰਕੇ ਫਿਰ ਪਲੇ, ਰਿਵਰਸ, ਉਹੀ ਅਸੀਂ ਪਲੇ ਆਪਦੇ ਦਿਮਾਗ ਦੇ ਵਿੱਚ ਕਰੀ ਜਾਂਦੇ। ਕੋਈ ਨਵੀਂ ਸੋਚ ਆਪਦੇ ਆਪ ਨੂੰ ਟਟੋਲ ਕੇ ਦੇਖਿਓ ਕਿ ਅੱਜ ਮੈਂ ਨਵੀਂ ਸੋਚ ਕੀ ਸੋਚੀ, ਉਹੀ ਸੋਚੀ ਹੋਊ, ਮੇਰੇ ਪਾਰਟਨਰ ਬਾਰੇ ਸੋਚੀ ਹੋਊਗੀ, ਮੇਰੇ ਬੱਚੇ ਬਾਰੇ ਸੋਚੀ ਹੋਊਗੀ, ਪਹਿਲਾਂ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਨਾਲ ਕੀ ਕੀਤਾ, ਪਹਿਲਾਂ ਮੇਰੇ ਜੌਬ ਦੇ ਲੋਕਾਂ ਨੇ ਮੇਰੇ ਨਾਲ ਕੀ ਕੀਤਾ। ਕੋਈ ਨਵੀਂ ਸੋਚ ਨਹੀਂ ਅਸੀਂ ਸੋਚਦੇ। ਸੋਚਾਂ ਵੀ ਸਾਡੀਆਂ ਪੈਟਰਨ ਆ, ਸੋਚਾਂ ਵੀ ਆਦਤ ਆ। ਜੇ ਇੱਕ ਸੋਚ ਦੀ ਆਦਤ ਪੈ ਜਾਂਦੀ, ਫਿਰ ਉਹ ਆਦਤ ਕਿੰਨਾ ਚੱਲਣਗੀ ਆ। ਸੋ ਆਪਦੇ ਆਪ ਨੂੰ ਇਸ ਦਮ ਦੇ ਵਿੱਚ ਲਿਆਉਣਾ, ਐਂਡ ਇਟਸ ਓਕੇ। ਐਂਡ ਜਿੰਨੇ ਕੁਐਸਚਨ ਪੁੱਛ ਸਕਦੇ ਹੋ ਕਿ ਇਹ ਆਦਤ, ਇਹ ਮਾਨਸਿਕ ਆਦਤ ਮੇਰੀ ਹੈ ਕੀ, ਕਿੱਥੋਂ ਓਰੀਜੀਨੇਟ ਹੋਈ ਆ। ਫੋਰ ਐਗਜ਼ਾਮਪਲ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਕੰਮ ਕਰਨ ਦੀ, ਬਹੁਤ ਮਿਹਨਤ ਕਰਨ ਦੀ, ਮੈਨੂੰ ਮੈਂ ਬਹੁਤ ਘੰਟੇ ਕੰਮ ਕਰਦੀ ਹਾਂ, ਜ਼ਿਆਦਾ ਘੰਟੇ, ਇਹ ਭੁੱਲ ਕੇ ਕਿ ਮੇਰੀ ਬਾਡੀ ਨੂੰ ਆਰਾਮ ਚਾਹੀਦਾ, ਮੈਨੂੰ ਆਰਾਮ ਚਾਹੀਦਾ ਵਾ, ਮੈਨੂੰ ਰੈਸਟ ਚਾਹੀਦੀ ਆ। ਸੋ ਇਹ ਪੁੱਛਣਾ ਕਿ ਇਹਦੇ ਅੰਦਰ, ਇਹਦੇ ਥੱਲੇ ਕੀ ਇਹ ਮਾਨਸਿਕ ਮੈਂ ਇਹ ਕਰਦੀ ਕਿਉਂ ਆ, ਇਹ ਮਾਨਸਿਕ ਆਦਤ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਅਪਲਾਈ ਕਿਉਂ ਕਰਦੀ ਹਾਂ। ਐਂਡ ਜਦੋਂ ਤੁਸੀਂ ਉਹ ਟਟੋਲੋਗੇ, ਤੁਹਾਨੂੰ ਆਪਦੇ ਆਪ ਜਵਾਬ ਮਿਲ ਜਾਣਗੇ। ਥੈਂਕ ਯੂ ਸੋ ਮਚ। ਜੇ ਤੁਹਾਡਾ ਕੋਈ ਕੁਐਸਚਨ ਹੋਵੇ, ਤੁਹਾਡਾ ਕੌਮੈਂਟ ਹੋਵੇ, ਤੁਸੀਂ ਉੱਥੇ ਕੌਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ, ਤਾਂ ਅਸੀਂ ਆਨਸਰ ਦੇਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਬਾਕੀ ਆਪਦੀਆਂ ਮਾਨਸਿਕ ਆਦਤਾਂ ਸਾਡੀਆਂ ਕਿੰਨੀਆਂ ਵੀ ਉਹ ਪੁਰਾਣੀਆਂ ਹੋਣ, ਅਸੀਂ ਅੱਜ ਵੀ ਉਹਨਾਂ ਨੂੰ ਬਦਲ ਸਕਦੇ ਹਾਂ। ਸਾਡੇ ਸਰੀਰ ਦਾ ਵੱਡੇ ਹੋਣਾ ਵੱਡੇ ਨਹੀਂ, ਸਾਡੇ ਉਮਰ ਦੇ ਵਿੱਚ ਸਾਲ ਲੱਗੀ ਜਾਣ। ਅੱਜ ਅਸੀਂ 20 ਸਾਲਾਂ ਦੇ, ਅੱਜ ਅਸੀਂ 25 ਸਾਲਾਂ ਦੇ, ਅੱਜ ਅਸੀਂ 30 ਸਾਲਾਂ ਦੇ, ਅੱਜ ਅਸੀਂ 34 ਸਾਲਾਂ ਦੇ, ਅੱਜ ਅਸੀਂ 40 ਸਾਲਾਂ ਦੇ। ਅਸੀਂ ਵੱਡੇ ਉਦੋਂ ਹੁੰਦੇ ਜਦੋਂ ਅਸੀਂ ਆਪਦੀਆਂ ਮਾਨਸਿਕਤਾ ਨੂੰ ਵੱਡੀ ਕਰਦੇ ਹਾਂ, ਜਦੋਂ ਇਹ ਵੱਡੀ ਹੁੰਦੀ ਆ। ਜਦੋਂ ਜੇ ਅੱਜ ਅਸੀਂ ਗੁੱਸੇ ਦੇ ਵਿੱਚ ਰਿਐਕਟ ਕੀਤਾ, ਅਤੇ ਕੱਲ੍ਹ ਨੂੰ ਅਸੀਂ ਉਸ ਸਿਚੁਏਸ਼ਨ ਨੂੰ ਇੱਕ ਸ਼ਾਂਤੀ ਨਾਲ ਵੇਖ ਸਕੀਏ। ਜੇ ਅੱਜ ਅਸੀਂ ਕ੍ਰਾਈਸਿਸ ਨੂੰ ਐਂਗਜ਼ਾਈਟੀ ਨਾਲ ਰਿਐਕਟ ਕੀਤਾ, ਅਤੇ 4 ਦਿਨਾਂ ਨੂੰ ਅਸੀਂ ਇਸ ਕ੍ਰਾਈਸਿਸ ਨੂੰ ਇੱਕ ਪ੍ਰੋਪਰਲੀ, ਇੱਕ ਸ਼ਾਂਤੀ ਨਾਲ ਇਹਨੂੰ ਰਿਐਕਟ ਕਰ ਸਕੀਏ। ਜਿਹੜੇ ਵੀ ਸ਼ਬਦ, ਜਿਹੜੇ ਵੀ ਸੋਚਾਂ ਸਾਡੇ 'ਚੋਂ ਬਾਹਰ ਜਾਂਦੀਆਂ, ਉਹ ਸਾਡੇ ਵੱਲ ਨਹੀਂ ਹੁੰਦੀਆਂ, ਸਾਡੇ ਤੋਂ ਬਾਹਰ ਜਾਂਦੀਆਂ। ਜਦੋਂ ਅਸੀਂ ਆਪਦੇ ਹਸਬੈਂਡ, ਪਾਰਟਨਰ ਨਾਲ ਰਿਐਕਟ ਕਰਦੇ ਹਾਂ, ਉਹਨਾਂ ਨਾਲ ਇੰਟਰੈਕਟ ਕਰਦੇ, ਬੱਚਿਆਂ ਨਾਲ, ਸਾਰੀਆਂ ਚੀਜ਼ਾਂ ਸਾਡੇ 'ਚੋਂ ਬਾਹਰ ਜਾਂਦੀਆਂ। ਐਂਡ ਜਿਹੜੀ ਚੀਜ਼ ਸਾਡੇ 'ਚੋਂ ਬਾਹਰ ਜਾਊਗੀ, ਅਸੀਂ ਉਹ ਬਦਲ ਲਾਂਗੇ, ਅਤੇ ਜਿਹੜੀਆਂ ਚੀਜ਼ਾਂ ਸਾਡੇ ਵੱਲ ਆਉਣਗੀਆਂ ਨਾ, ਉਹ ਵੀ ਬਦਲ ਕੇ ਆਉਣਗੀਆਂ। ਸੋ ਆਪਦੀਆਂ ਮਾਨਸਿਕ ਆਦਤਾਂ ਨੂੰ ਪਛਾਣੋ, ਐਂਡ ਫਿਰ ਇੱਕ ਦਮ ਦੇ ਵਿੱਚ ਆਓ ਕਿ ਜਿਹੜੀ ਮੇਰੀ ਮਾਨਸਿਕ ਆਦਤ ਆ, ਫੋਰ ਐਗਜ਼ਾਮਪਲ ਮੇਰਾ ਆਹ ਪਾਰਟਨਰ, ਇਹ ਬੇਵਿਸ਼ਵਾਸੀ ਨਹੀਂ ਹੈਗਾ, ਹਜੇ ਇਹਨੇ ਮੈਨੂੰ ਧੋਖਾ ਨਹੀਂ ਦਿੱਤਾ ਗਾ। ਠੀਕ ਆ, ਮੇਰੇ ਨਾਲ ਪਿੱਛੇ ਧੋਖੇ ਹੋਏ ਵੀ ਆ, ਮੇਰੇ ਨਾਲ ਪਿੱਛੇ ਰਿਸ਼ਤਿਆਂ ਦੇ ਵਿੱਚ ਬੇਵਿਸ਼ਵਾਸੀ ਹੋਈ ਵੀ ਆ, ਪਰ ਰਾਈਟ ਨਾਓ ਜਿਹੜਾ ਇਨਸਾਨ ਮੇਰੇ ਸਾਹਮਣੇ ਆ, ਉਹ ਸਿੰਪਲੀ ਬਸ ਮੇਰੇ ਨਾਲ
ਕਿਸੇ ਫਰੈਂਡ ਜਾਂ ਗਰੋਸਰੀ ਜਾਂ ਕੁਛ ਵੀ ਉਹ ਨਹੀਂ ਜਾ ਰਿਹਾ ਬਿਕਾਜ਼ ਸਿੰਪਲੀ ਮੇ ਬੀ ਉਹਨਾਂ ਨੂੰ ਰੈਸਟ ਚਾਹੀਦੀ ਆ, ਮੇ ਬੀ ਉਹਨਾਂ ਨੇ ਹੋਰ ਕੰਮ ਕਰਨੇ ਆ। ਪਰ ਇਟਸ ਨਾਟ, ਮੈਨੂੰ ਇਹ ਸੋਚਣ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਇਨਸਾਨ ਮੈਨੂੰ ਧੋਖਾ ਦੇਊਗਾ, ਕਿਉਂਕਿ ਪਿੱਛੇ ਮੇਰੇ ਨਾਲ ਹੋਇਆ ਪਿਆ। ਹੁਣ ਦੇ ਵਿੱਚ ਮੇਰੇ ਧੋਖਾ ਨਹੀਂ ਹੈਗਾ ਹੁਣ ਦੇ। ਸੋ ਇੱਕਦਮ ਦੇ ਵਿੱਚ ਲਿਆਉਣਾ ਅਤੇ ਸਭ ਤੋਂ ਪਹਿਲਾਂ ਤਾਂ ਆਪਣੀਆਂ ਮਾਨਸਿਕ ਆਦਤਾਂ ਨੂੰ ਅਵੇਅਰ ਬਣਨਾ। ਸੋ ਥੈਂਕ ਯੂ ਸੋ ਮਚ ਐਵਰੀਵਨ। ਇਹ ਵੀਡੀਓਜ਼ ਜਿੰਨੀਆਂ ਵੀ ਹੋ ਸਕੇ ਪਲੀਜ਼ ਸ਼ੇਅਰ ਕਰੋ, ਤਾਂ ਜੋ ਜਿੰਨੇ ਵੀ ਲੋਕਾਂ ਦੀ ਵੀਡੀਓਜ਼ ਮਦਦ ਕਰ ਸਕਣ। ਅਸੀਂ ਜਿਹੜੇ ਤੁਹਾਨੂੰ ਟੈਕਨੀਕਸ ਜਿਹੜੀਆਂ ਕਾਉਂਸਲਿੰਗ ਸੈਸ਼ਨਸ ਦੇ ਵਿੱਚ ਅਸੀਂ ਵਰਤੀ ਦੇ ਆ, ਅਸੀਂ ਉਹੀ ਤੁਹਾਨੂੰ ਇੱਥੇ ਦੱਸੀ ਦੇ ਆ, ਤਾਂ ਜੋ ਇਹਨਾਂ ਨਾਲ ਮਦਦ ਹੋ ਸਕੇ। ਮੈਨੂੰ ਪਤਾ ਕਿ ਬਹੁਤ ਲੋਕ ਹੁਣ ਕਾਉਂਸਲਿੰਗ, ਮੈਂਟਲ ਹੈਲਥ ਅਵੇਲੇਬਲ, ਜਿਹੜੀ ਮੈਂਟਲ ਹੈਲਥ ਹੈਲਪ ਆ ਉਹ ਕਈ ਲੋਕਾਂ ਲਈ ਅਵੇਲੇਬਲ ਨਹੀਂ ਹੈਗੀ ਕਿ, ਐਂਡ ਬਹੁਤ ਲੋਕਾਂ ਦੀਆਂ ਜੌਬਸ ਵੀ ਨਹੀਂ ਹੈਗੀਆਂ। ਸੋ ਇਸ ਤਰੀਕੇ ਨਾਲ ਅਸੀਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਘਰੇ ਬੈਠਿਆਂ ਨੂੰ ਤੁਹਾਨੂੰ ਮਾਨਸਿਕ ਜਿਹੜੀ ਸਿਹਤ ਆ ਉਹਦੇ ਬਾਰੇ ਜਾਣਕਾਰੀ ਦੇ ਸਕੀਏ, ਉਹਦੇ ਬਾਰੇ ਤੁਹਾਡੀ ਮਦਦ ਕਰ ਸਕੀਏ। ਬਾਕੀ ਜਿਹੜੀਆਂ ਸਾਡੀ ਟੀਚਿੰਗਸ ਆ, ਇੱਕੋ ਇੱਕ ਮੈਥਡ ਨਹੀਂ ਹੈਗੇ ਕਿ ਬਹੁਤ ਲੋਕ ਮੈਨੂੰ ਫੋਨ ਕਰਦੇ ਆ, ਕਾਲ ਕਰਦੇ ਕਿ 10 ਮਿੰਟ ਸਾਡੇ ਨਾਲ ਗੱਲ ਕਰ ਲਓ, ਅਸੀਂ 15, ਇਹ ਕੁਇਕ ਮੈਥਡ ਨਹੀਂ ਹੈਗੇ। ਮੇਰੇ ਕੋਲ ਕੋਈ ਇੱਦਾਂ ਦੀ ਗੋਲੀ ਨਹੀਂ ਹੈਗੀ ਕਿ ਜਿੱਥੇ ਮੈਂ ਕਹਾਂ ਕਿ 5 ਮਿੰਟ ਦੇ ਵਿੱਚ ਤੁਹਾਡੀ ਪ੍ਰੋਬਲਮ ਸੋਲਵ ਹੋਊਗੀ। ਜਿਹੜੇ ਸਾਡੇ ਮਨੋਵਿਗਿਆਨ ਅਸੀਂ ਕਰਦੇ ਹਾਂ, ਜਿਹੜੀ ਸਾਡੀ ਕਾਉਂਸਲਿੰਗ ਹੈ, ਜਿਹੜੀ ਅਸੀਂ ਜਿਸ ਤਰੀਕੇ ਨਾਲ ਕਾਉਂਸਲਿੰਗ ਸੈਸ਼ਨਸ ਕਰੀਦੇ ਆ, ਇਹ ਚੀਜ਼ਾਂ ਹੌਲੀ ਹੌਲੀ ਅਸਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਰਦੀਆਂ। ਸੋ ਇਹਨੂੰ ਕੁਇਕ ਮੈਥਡ ਨਾ ਸਮਝੋ, ਹੌਲੀ ਹੌਲੀ ਇਹ ਚੀਜ਼ਾਂ ਤੁਹਾਡੀ ਜ਼ਰੂਰ ਇੱਕ ਦਿਨ ਐਂਗਰ ਮੈਨੇਜਮੈਂਟ ਵੀ ਕਰ ਸਕਾਂਗੇ। ਹਾਂਜੀ, ਥੈਂਕ ਯੂ। ਸੋ ਹੌਲੀ ਹੌਲੀ ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਅਸਰ ਕਰਦੀਆਂ ਵਾ। ਕੁਇਕ ਮੈਥਡ ਨਹੀਂ। ਜਿਹੜੀਆਂ ਮਨੋਵਿਗਿਆਨ ਦੀ ਅਸੀਂ ਗੱਲ ਕਰਦੇ, ਜਿਹੜੀਆਂ ਟੀਚਿੰਗਸ ਦੀ ਅਸੀਂ ਗੱਲ ਕਰਦੇ ਹਾਂ, ਇੱਥੋਂ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਉਂਦੀਆਂ। ਸੋ ਜੇ ਤੁਸੀਂ ਕੁਇਕ ਮੈਥਡ ਲੱਭਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਇਹ ਸੈਸ਼ਨਸ ਤੁਹਾਨੂੰ ਕੁਇਕ ਮੈਥਡ ਨਹੀਂ ਦੇ ਸਕਦੇ ਆ। ਟਾਈਮ ਲੱਗਦਾ ਚੀਜ਼ਾਂ ਨੂੰ ਬਦਲਣ ਨੂੰ, ਟਾਈਮ ਲੱਗਦਾ ਸਾਡੇ ਮਨੋਵਿਗਿਆਨ, ਜਿਹੜੀਆਂ ਸਾਡੀਆਂ ਪ੍ਰੋਗਰਾਮਿੰਗ ਸਾਡੇ ਕੰਪਿਊਟਰ ਵਾਂਗੂ ਪਾਈਆਂ ਹੋਈਆਂ ਸਾਡੇ ਦਿਮਾਗ ਦੇ ਵਿੱਚ, ਉਹਨਾਂ ਨੂੰ ਬਦਲਣ ਵਾਸਤੇ ਟਾਈਮ ਲੱਗਦਾ। ਹੋਪਫੁਲੀ ਅਸੀਂ ਕਾਉਂਸਲਿੰਗ ਸੈਸ਼ਨ, ਇਹ ਲਾਈਵ ਸੈਸ਼ਨ ਤੁਹਾਡੇ ਲਈ ਕਰਦੇ ਰਹਾਂਗੇ, ਤਾਂ ਇਹ ਤੁਹਾਡੀ ਮਦਦ ਹੋ ਸਕੇ ਇਸ ਕ੍ਰਾਈਸਿਸ ਦੇ ਵਿੱਚ। ਥੈਂਕ ਯੂ ਸੋ ਮਚ ਐਵਰੀਵਨ। ਸਟੇ ਹੋਮ ਐਂਡ ਸਟੇ ਸੇਫ। ਥੈਂਕ ਯੂ।